ਮੰਤਰੀ ਸਾਹਿਬ ਆਇਆ ਪੰਜਾਬ ਸਰਕਾਰ ਤੋਂ। ਖੈਰ ਇਸ ਮੁਲਾਕਾਤ ਦੇ ਸਿਲਸਿਲੇ ਦੇ ਵਿੱਚ ਕਿਸੇ ਮਿਨਿਸਟਰ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ ਤੇ ਮੁਲਾਕਾਤ ਵੀ ਉਸ ਮੰਤਰੀ ਸਾਹਿਬ ਦੀ ਹੈ जिस ने सरकार दी बहजा बहजा करवा देनी है, जिस ने सरकार दी बल्ले बल्ले करवा देनी है, जिस दी सरकार ने लोकां दे विच एक तूती बुला देनी है। जदों लोकां कोले पैसा जावेगा, जदों सरकार कोल आएगा फिर लोकां कोल जाएगा, लोकां नूं सहूलतां मिलणगीਆਂ। लोग एक बारी फिर तो उस धिर दे उत्ते विश्वास जताउंदे आ। तां मेरा सीधा मैं जिहड़ी इंट्रोडक्शन कराउण जा रहा वो है ने माल मंत्री ब्रह्म शंकर जिंपा साहब, स्वागत है। सत श्री अकाल, नमस्कार। तुहाडे कोल तां वो महकमा है जिहड़ा अकाली सरकार दे विच एक बहुत वड्डे लीडर कोल सी ते तुहाडे हत्थ है कि हुण तुसीं पंजाब नूं वो पंजाब बनाउणा है कि खजाना खाली है जां हुण माला माल करना है। देखो, मेरी पार्टी के सुप्रीमो अरविंद केजरीवाल साहब का और मानयोग मुख मंत्री भगवंत मान जी का विजन है पंजाब नूं जिहड़ियां उचाइयां ते पंजाब रहा पहलां उन्हां उचाइयां ते दुआरा लैके जाना। और बतौर जिहड़ी मेरी ड्यूटी दी गई है माल मंत्री, मैं डेफिनेटली इहदे विच जिहड़ा मेरे को दिन रात इस मेहनत करके मुख मंत्री के दिशा निर्देशों के नाल मैं उस योगदान अपना पावांगा ताकि पंजाब की जनता नूं खास तौर पर माल महकमे दे विच किसी काम दे विच भी कोई दिक्कत ना आवे और पंजाब का खजाना भी भरिया रहे। तुसीं कहते हो कि असीं पंजाब नूं उत्थे पहुँचाउणा है जदों पंजाब बुलंदियां ते सी। तुसीं किहड़ा टाइम पीरियड वेखदे हो कि पंजाब उस टाइम बुलंदियां ते सी? देखो, असीं 80 तो पहलां 85 तो पहलां दे पीरियड सीगे जिहड़े पीरियड पंजाब जिहड़ा है नैशनल एवरेज दे विच इनकम दे विच भी टॉप ते रहा। और उदों जदों किते गल चलदी पंजाब की गल हुंदी सी और जो डिकलाइन होया वो तुहानूं पीरियड भी तुहानूं आइडिया है कि किद्दां असीं पिछे आंदे गए हैं। तो साडी सरकार दा विजन मुख मंत्री भगवंत मान जी का विजन बड़ा क्लीयर है। तुसीं नवीं चीज़ लैके आए हो खानगी तकसीम जी। खानगी तकसीम का पोर्टल लॉन्च किया है जी। लोगों नूं इहदा की फायदा? देखो, खानगी तकसीम जिहड़ी हैगी है असीं अक्सर देखते रहे हैं कि परिवारिक जिहड़ी आपां कोई वंड करनी है ਉਹਦੇ ਵਿੱਚ ਲੋਕ ਬਹੁਤ ਜਾ ਕੇ ਧੱਕੇ ਖਾਂਦੇ ਆ। ਉਹਨਾਂ ਨੂੰ ਰੈਵਨਿਊ ਅਫਸਰ ਕਈ ਵਾਰੀ ਸਾਡੇ ਇੱਦਾਂ ਦੇ ਅਫਸਰ ਬੈਠੇ ਸਾਰੇ ਨਹੀਂ ਹੁੰਦੇ ਲੇਕਿਨ ਉਹਨਾਂ ਨੂੰ ਮਿਸਗਾਈਡ ਕਰਨ ਵਾਲੇ ਅਫਸਰ ਹੁੰਦੇ ਆ ਔਰ ਲੋਕ ਬਿਨਾਂ ਕਿਸੇ ਕਾਰਨ ਤੋਂ ਕਈ ਵਾਰੀ ਕਾਨੂੰਨਾਂ 'ਚ ਉਲਝੇ ਰਹਿੰਦੇ ਆ। ਜਦਕਿ ਉਹ ਇੱਕ ਫੈਸਲਾ ਜਿਹੜਾ ਪਰਿਵਾਰਿਕ ਫੈਸਲਾ ਜਾਂ ਸਮਾਜਿਕ ਸਹਿਮਤੀ ਨਾਲ ਫੈਸਲਾ ਹੋ ਸਕਦਾ। सो ਉਹਦੇ ਵਿੱਚ ਜਿਹੜਾ ਖਾਨਗੀ ਤਕਸੀਮ ਜਿਹੜੀ ਹੈ ਇੱਕ ਬਹੁਤ ਵੱਡਾ ਰੋਲ ਅਦਾ ਕਰੇਗੀ। ਇਹਦਾ ਜਿਹੜਾ ਪੋਰਟਲ ਇਹਦੇ ਨਾਲ ਚੋਰੀ, ਇਹਦੇ ਨਾਲ ਰਿਸ਼ਵਤਖੋਰੀ ਇਹ ਸਾਰੀ ਰੁਕੂਗੀ? ਬਿਲਕੁਲ ਰੁਕੇਗੀ। ਦੇਖੋ, ਗੱਲ ਤੁਹਾਡਾ ਮੇਰਾ ਫੈਸਲਾ ਹੈ। ਤੁਸੀਂ ਮੇਰੇ ਭਰਾ ਆ ਛੋਟੇ ਜਾਂ ਅਸੀਂ 4 ਭਰਾ ਆ। ਅਸੀਂ ਫੈਸਲਾ ਲਿਖ ਕੇ ਜਿਹੜੀ ਵੈਬਸਾਈਟ ਅਸੀਂ ਲਾਂਚ ਕੀਤੀ ਹੈ ਮਾਨਯੋਗ ਮੁੱਖ ਮੰਤਰੀ ਜੀ ਨੇ ਅੱਜ ਤੋਂ 3 ਦਿਨ ਪਹਿਲਾਂ। ਸੋ ਉਹਦੇ ਤੇ ਤੁਸੀਂ ਆਪਣੇ ਡਾਕੂਮੈਂਟ ਸਾਰੇ ਸਹਿਮਤੀ ਨਾਲ ਬਣਾ ਕੇ ਜਦੋਂ ਲੋਡ ਕਰ ਦੋਗੇ तो ਉਹਦੇ ਵਿੱਚ ਸਾਡੇ ਰੈਵਨਿਊ ਅਫਸਰ ਮੈਂ ਕਹਿ ਸਕਦਾ ਕੋਈ ਦਿੱਕਤ ਪਰ ਮੰਤਰੀ ਸਾਹਿਬ ਜਿਹੜੇ ਕੰਮ ਨੂੰ ਜਿੰਨਾ ਅਸੀਂ ਸਰਲ ਬਣਾਉਂਦੇ ਆ ਉਹਦੇ ਵਿੱਚ ਚੁਣੌਤੀਆਂ, ਉਹਦੇ ਵਿੱਚ ਦਿੱਕਤਾਂ ਬਹੁਤ ਸਾਰੀਆਂ ਪਹਿਲਾਂ ਤੋਂ ਖੜੀਆਂ ਹੁੰਦੀਆਂ ਨੇ। ਮੰਨ ਲਓ ਜਿਵੇਂ ਹੁਣ ਇਹ ਪਹਿਲਾਂ ਹੁੰਦਾ ਸੀ ਕਿ ਆਪਸੀ ਰਜ਼ਾਮੰਦੀ ਨਾਲ ਇਹ ਕੰਮ ਹੁੰਦਾ ਸੀ, ਪਰ ਉਹ ਪਹਿਲਾਂ ਉਹਨੂੰ ਪਟਵਾਰੀ ਵੈਰੀਫਾਈ ਕਰਦਾ ਸੀ, ਫਿਰ ਉਹ ਕਾਨੂੰਗੋ ਕੋਲੇ ਜਾਂਦਾ ਸੀ, ਫਿਰ ਉਹ ਤਹਿਸੀਲਦਾਰ ਕੋਲੇ ਜਾਂਦਾ ਸੀ। ਪੋਰਟਲ ਦੇ ਵਿੱਚ ਕੀ ਆਪਸੀ ਰਜ਼ਾਮੰਦੀ ਧੱਕੇ ਨਾਲ ਰਜ਼ਾਮੰਦ ਕਰਕੇ ਉਸ ਨੂੰ ਇਸ ਤਰੀਕੇ ਦੀ ਗੜਬੜੀ ਦੇ ਨਹੀਂ ਤੁਹਾਨੂੰ ਅਸਾਰ ਲੱਗਦੇ ਹੈਗੇ ਕਿ ਬਾਅਦ ਦੇ ਵਿੱਚ ਉਹ ਫੇਰ ਉਹ ਥਾਣਿਆਂ ਕਚਹਿਰੀਆਂ ਦੇ ਵਿੱਚ ਫਿਰੀ ਜਾਣ? ਨਹੀਂ, ਇਸ ਚੀਜ਼ ਨੂੰ ਰੋਕਣ ਲਈ ਤਾਂ ਅਸੀਂ ਇਹ ਸਾਰਾ ਕੰਮ ਕਰ ਰਹੇ ਹਾਂ। ਦੇਖੋ, ਜਦੋਂ ਕੋਈ ਬੰਦਾ ਉਹਨੂੰ ਅਪਲੋਡ ਕਰੇਗਾ ਤਾਂ ਡੈਫੀਨੇਟਲੀ ਉਹ ਜਿਹੜਾ ਹੈਗਾ ਜਿੰਨੀਆਂ ਧਿਰਾਂ ਆ ਉਹ ਰਲ ਕੇ ਬਹਿ ਕੇ ਉਹਨੂੰ ਕਰੂਗੀਆਂ। ਨਹੀਂ, ਪਰ ਜੇ ਉਹਦੇ ਦੂਜੀ ਦੇ ਉੱਤੇ ਦਬਾਅ ਬਣਾਇਆ ਗਿਆ ਹੋਵੇ ਕੋਈ ਇਸ ਤਰੀਕੇ ਦੀ ਗੱਲ? ਨਹੀਂ, ਇੱਦਾਂ ਦੀ ਗੱਲ ਵੈਸੇ ਤਾਂ ਸਹਿਜੇ ਕਿਤੇ ਜੇ ਉਹ ਵੀ ਅਗਰ ਆਏਗੀ ਉਹਦਾ ਵੀ ਹੱਲ ਡੈਫੀਨੇਟਲੀ ਇਸ ਕਾਨੂੰਨ ਦੇ ਵਿੱਚ ਆਪਾਂ ਲੈ ਕੇ ਆਵਾਂਗੇ। ਉਹਦੇ ਲਈ ਵੀ ਵੈਰੀਫਾਈ ਕਰੇਗਾ ਸਾਡਾ DRO ਮਾਲ ਅਫਸਰ ਕਰੇਗਾ, ਸਾਡਾ ਕਾਨੂੰਨਗੋ ਦੇਖੇਗਾ, ਸਾਡਾ ਪਟਵਾਰੀ ਦੇਖੇਗਾ। ਉਸ ਤੋਂ ਬਾਅਦ ਸਾਡੇ ਕਲੈਕਟਰ ਸਾਹਿਬ ਜਿਹੜੇ ਹੈ ਫਾਈਨਲੀ ਜਿਹੜਾ ਹੈਗਾ ਉਹਨੂੰ ਉਹਦੇ 'ਤੇ ਜਦੋਂ ਫੈਸਲਾ ਹੋ ਜਾਏਗਾ ਉਹਨੂੰ ਕੋਈ ਇਹਦੇ 'ਚ ਇਹ ਹੈ ਵੀ ਸਰਕਾਰ ਦੀ ਨੌਲੇਜ ਸਾਹਮਣੇ ਫੈਸਲਾ ਆ ਗਿਆ। ਤਬਾਦਲੇ, ਤਕਸੀਮ, ਰਜਿਸਟਰੀਆਂ ਇਹ ਤਾਂ ਬਹੁਤ ਦੂਰ ਦੀ ਗੱਲ ਹੈ ਜੀ। ਸਾਡੇ ਬਜ਼ੁਰਗਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ, ਫਰਦਾਂ ਹੀ ਨਹੀਂ ਸੀ ਨਿਕਲਦੀਆਂ ਹੁਣ ਤੱਕ। ਕੋਈ ਨਵਾਂ ਰਿਫਾਰਮ ਲੈ ਕੇ ਹੋਏ ਇਸ ਵੱਲ? ਸਰ, ਫਰਦ ਮੈਂ ਕਹਿ ਸਕਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵਿਜ਼ਨ ਦੇ ਨਾਲ ਅੱਜ ਫਰਦ ਜਿਹੜੀ ਹੈ ਤੁਸੀਂ ਘਰ ਬੈਠੇ ਆ ਆਨਲਾਈਨ ਵੀ ਕੱਢ ਸਕਦੇ ਆ। ਇਹ ਆਲਮੋਸਟ ਅਸੀਂ ਇਸ ਚੈਨਲ ਨੂੰ
ਅਸੀਂ ਅਪਲੋਡ ਕਰ ਚੁੱਕੇ ਹਾਂ ਸਾਰੀਆਂ ਚੀਜ਼ਾਂ ਨੂੰ, ਔਰ ਜਲਦ ਹੀ ਅਸੀਂ ਇੰਟਰਨੈਸ਼ਨਲ ਦੀ ਵੀ ਫਰਦ ਜਿਹੜੀ ਹੈਗੀ ਹੈ ਕਿਤੇ ਵੀ ਦੁਨੀਆ ਦੇ ਕਿਸੇ ਕੋਨੇ 'ਚ ਵੀ ਬੈਠੇ ਵੀ, ਔਰ ਸਭ ਤੋਂ ਵੱਡੀ ਗੱਲ ਹੈ ਤੁਹਾਡੇ ਮੋਬਾਈਲ ਦੇ ਨਾਲ ਵੀ ਉਹਨੂੰ ਲਿੰਕ ਕੀਤਾ ਜਾ ਰਿਹਾ ਆਉਂਦੇ ਸਮੇਂ ਦੇ। ਹਾਂ ਹਾਂ ਹਾਂ, ਇਹ ਵੱਡੀ ਗੱਲ ਕਹਿ ਰਹੇ ਹੋ ਤੁਸੀਂ। ਵੱਡੀ, ਹਾਂ ਬਿਲਕੁਲ ਹੋ ਜਾਵੇਗਾ ਇਹ, ਬਿਲਕੁਲ ਬਿਲਕੁਲ ਕਾਫੀ ਹੱਦ ਤੱਕ ਕਰ ਚੁੱਕੇ ਹਾਂ, ਔਰ ਕਾਫੀ ਇਹ ਲਿੰਕ ਜਿਹੜਾ ਹੈਗਾ ਜਲਦੀ ਤੁਹਾਨੂੰ ਇਹਦਾ ਰਿਜ਼ਲਟ ਪ੍ਰਾਪਤ ਹੋਏਗਾ ਕਿ ਅਗਰ ਤੁਹਾਡੀ ਕੋਈ ਫਰਦ ਕਢਾ ਰਿਹਾ ਤੁਹਾਡੇ ਤੋਂ ਬਿਨਾਂ ਪੁੱਛਿਆ, ਤਾਂ ਤੁਹਾਨੂੰ ਇੰਟਰਨੈਸ਼ਨਲੀ ਵੀ ਤੁਸੀਂ ਕਿਤੇ ਬੈਠੇ ਤੁਹਾਨੂੰ ਪਤਾ ਲੱਗੇਗਾ ਕਿ ਕਿਸੇ ਨੇ ਸਾਡੀ ਫਰਦ ਵੀ ਕਢਾਈ ਹੈ। ਸੋ ਇਹ ਚੀਜ਼ਾਂ ਬੜੀਆਂ, ਜਿੱਦਾਂ ਤੁਹਾਡੇ ਖਾਤੇ ਨਾਲ ਕੋਈ ਛੇੜਛਾੜ ਕਰਦਾ ਹੈ, ਬੈਂਕ ਤੁਹਾਨੂੰ ਇੰਟੀਮੇਟ ਕਰਦਾ ਹੈ। ਬਿਲਕੁਲ ਬਿਲਕੁਲ, ਇਹਨੂੰ ਅਸੀਂ ਮੋਬਾਈਲ ਨਾਲ ਲਿੰਕ ਕੀਤਾ ਹੈ, ਤੁਹਾਡੀ ਈਮੇਲ ਦੇ ਨਾਲ ਵੀ। ਇਹਨੂੰ ਦੇਖੋ, ਇਹਨਾਂ ਚੀਜ਼ਾਂ ਕਦੋਂ ਤੱਕ ਇਹ ਚੀਜ਼ ਅਮਲ ਚ ਆ ਜਾਏਗੀ? ਇਹ ਕਾਫੀ ਹੱਦ ਤੱਕ ਅਸੀਂ ਇਹਨੂੰ ਕਰ ਚੁੱਕੇ ਹਾਂ, ਔਰ ਮੇਰੇ ਖਿਆਲ ਆ ਵੀ ਇਹਨੂੰ 100% ਕਰ ਦੇਵਾਂਗੇ ਜਲਦ 100% ਆਨ ਰਿਜ਼ਲਟ। ਮਤਲਬ ਹਰ ਬੰਦਾ ਜਿਹੜਾ ਹੈ ਉਹ ਮੋਬਾਈਲ ਤੇ ਆਪਣੇ ਫਰਦ ਕੱਢ ਸਕਦਾ, ਬਿਲਕੁਲ ਈਮੇਲ ਦੇ ਜ਼ਰੀਏ ਆਪਣੀ ਮੰਗਾ ਸਕਦਾ, ਔਰ ਉਹਨੂੰ ਆਪਾਂ ਸਪੀਡ ਪੋਸਟ ਜ਼ਰੀਏ ਫੋਰਨ 'ਚ ਕਿਤੇ ਬੈਠਾ ਉਹਨੂੰ ਉੱਥੇ ਉਹਦੇ ਫਰਦ ਪਹੁੰਚੇਗੀ। ਦੇਖੋ, ਪੱਤਰਕਾਰ ਦਾ ਕੰਮ ਹੁੰਦਾ ਸਵਾਲ ਕਰਨਾ, ਉਹਦਾ ਕੰਮ ਹੁੰਦਾ ਕਿ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਸਰਕਾਰ ਦੇ ਸਾਹਮਣੇ ਰੱਖਣਾ, ਸ਼ੀਸ਼ਾ ਬਣਾ ਕੇ। ਬਹੁਤ ਜ਼ਰੂਰੀ ਹੈ। ਹਰ ਬੰਦਾ ਮੋਬਾਈਲ ਅੱਜ ਦੇ ਟਾਈਮ ਦੇ ਵਿੱਚ ਯੂਜ਼ ਨਹੀਂ ਕਰਦਾ, ਅੱਜ ਦੇ ਟਾਈਮ ਦੇ ਵਿੱਚ ਹਰ ਬੰਦਾ ਨਹੀਂ ਕਰਦਾ ਹੈਗਾ, ਪਰ 99% ਕਰਦੇ ਆ। ਮੈਂ ਵੀ ਗੱਲ ਕਹਿਣਾ 99 ਦੇ ਵਿੱਚੋਂ ਬਹੁਤ ਸਾਰੇ ਲੋਕ ਆ ਜਿਹੜੇ ਸਮਾਰਟਫੋਨ ਨਹੀਂ ਯੂਜ਼ ਕਰਦੇ ਜੀ। ਬਹੁਤ ਸਾਰੇ ਲੋਕ ਇਦਾਂ ਦੇ ਆ, ਮਿਸਾਲ ਦੇ ਤੌਰ ਤੇ ਮੈਂ ਵੀ ਕੁਝ ਸਾਲ ਪਹਿਲਾਂ ਹੀ ਈਮੇਲ ਆਈਡੀ ਬਣਾਈ ਹੈ, ਤੇ ਹਰ ਬੰਦੇ ਕੋਲ ਈਮੇਲ ਆਈਡੀ ਨਹੀਂ ਹੈਗੀ। ਉਹਦੇ ਲਈ ਇਹ ਕਿੰਨਾ ਔਖਾ ਹੋਊਗਾ, ਉਹਦੇ ਲਈ ਕਿਵੇਂ ਸਰਲ ਕਰੋਗੇ? ਦੇਖੋ, ਟੈਕਨੋਲੋਜੀ ਦਾ ਯੂਜ਼ ਤਾਂ ਕਰਨਾ ਪੈਣਾ, ਪਹਿਲੀ ਗੱਲ ਤਾਂ ਇਹ ਹੈ। ਨੰਬਰ 1, ਉਹ ਅਗਰ ਆਪਣੇ ਹੀ ਕਰਦਾ ਤੇ ਲੇਕਿਨ ਉਹਨੂੰ ਜ਼ਰੂਰਤ ਪੈਂਦੀ ਉਹ ਘਰ ਦੇ ਬੱਚੇ ਕੋ ਕਰਾਉਂਦਾ, ਉਹ ਕਿਸੇ ਨੇੜੇ ਪੜੋਸੀ ਕੋ ਕਰਾ ਲੈਂਦਾ, ਜਾਂ ਕਿਸੇ ਦਾ ਸਹਿਯੋਗ ਲੈ ਲੈਂਦਾ ਇਹਦੇ ਵਿੱਚ। ਮੇਰੇ ਲਿਹਾਜ਼ ਨਾਲ ਜਦੋਂ ਉਹਨੂੰ ਜ਼ਰੂਰਤ ਪੈਂਦੀ ਹੈ ਤਾਂ ਉਹ ਡੈਫੀਨੇਟਲੀ ਉਹ ਕਿਸੇ ਨਾ ਕਿਸੇ ਨਾਲ ਸੰਪਰਕ ਕਰਕੇ ਉਸ ਚੀਜ਼ ਦਾ ਫਾਇਦਾ, ਅਗਰ ਉਹ ਨਹੀਂ ਵੀ ਸਮਾਰਟਫੋਨ ਯੂਜ਼ ਕਰਦਾ, ਉਹ ਕਿਸੇ ਬੱਚੇ ਦਾ, ਕਿਸੇ ਗੁਆਂਢੀ ਨੂੰ ਕਹਿੰਦਾ ਮੇਰਾ ਕੰਮ ਕਰਦੇ। ਦੇਖੋ, ਪਾਰਟੀ ਦਾ ਆਪਣੀ ਸਮਕਾਲੀ ਪਾਰਟੀਆਂ ਨਾਲ ਜਾਂ ਉਹਦੀ ਟਾਰਗੇਟ ਪਾਰਟੀਆਂ ਦੇ ਨਾਲ ਬਹੁਤ ਤਰ੍ਹਾਂ ਦੇ ਡਿਫਰੈਂਸਿਸ ਹੁੰਦੇ ਆ। ਗਵਰਨਮੈਂਟ ਇੱਕ ਇਦਾਂ ਦੀ ਚੀਜ਼ ਹੁੰਦੀ ਹੈ ਕਿ ਜਿਹੜੀ ਕਿ ਪਾਰਟੀ ਤੋਂ ਉੱਪਰ ਉੱਠ ਜਾਂਦੀ ਹੈ, ਅੱਗੇ ਚਲੀ ਜਾਂਦੀ ਹੈ ਜੀ। ਗਵਰਨਮੈਂਟ ਜਿਹੜੀ ਹੈ ਇੱਕ ਆਪਣਾ ਅਜਿਹਾ ਰਸੂਖ, ਇੱਕ ਆਪਣਾ ਅਜਿਹਾ ਅਸਰ ਛੱਡ ਸਕਦੀ ਹੈ ਕਿ ਲੋਕ ਉਹਨੂੰ ਯਾਦ ਕਰਨ। ਬਹੁਤ ਸਾਰੇ ਪੰਜਾਬ ਦੇ ਅਜਿਹੇ ਮੁੱਖ ਮੰਤਰੀ ਹੋਇਆ, ਅਜਿਹੇ ਵਜ਼ੀਰ ਆਜ਼ਮ, ਜਿਹੜੇ ਵਜ਼ੀਰ ਆਲਾ ਹੋਇਆ, ਜਿਨ੍ਹਾਂ ਨੂੰ ਲੋਕ ਯਾਦ ਕਰਦੇ ਕਿ ਉਹਨਾਂ ਨੇ ਕੰਮ ਕੀਤੇ ਸੀ ਬੰਦਿਆਂ ਨੇ। ਬਿਲਕੁਲ ਠੀਕ ਗੱਲ ਹੈ। ਇਹ ਸਰਕਾਰ ਜੀ ਅਜਿਹਾ ਕਿਹੜੀ ਛਾਪ ਛੱਡ ਕੇ ਜਾਵੇਗੀ ਕਿ ਲੋਕ ਉਸ ਨੂੰ ਯਾਦ ਕਰਨਗੇ? ਦੇਖੋ, ਮੈਂ ਇਹ ਗੱਲ ਕਹਿ ਸਕਦਾ ਵੀ ਪਿਛਲੇ 35-40 ਸਾਲਾਂ ਦੀਆਂ ਸਰਕਾਰਾਂ ਆਪਾਂ ਦੇਖਦੇ, 35 ਸਾਲ ਦੀ ਮੈਂ ਗੱਲ ਕਰਾਂ, ਜ਼ਿਆਦਾ ਪਿੱਛੇ ਨਾ ਵੀ ਜਾਵਾਂ, ਤੇ ਇਹ ਸਭ ਤੋਂ ਇਮਾਨਦਾਰ ਸਰਕਾਰ, ਸਭ ਤੋਂ ਵੱਧ ਇਮਾਨਦਾਰ ਮਿਹਨਤ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਜੀ, ਇੱਕ ਵੱਡੀ ਛਾਪ ਹੋਣੀ ਪੰਜਾਬ ਦੇ ਉੱਤੇ। ਜਿਹੜਾ ਚਾਹੇ ਉਹਨਾਂ ਨੇ ਉਸ ਵਿਜ਼ਨ ਨੂੰ ਰੰਗਲੇ ਪੰਜਾਬ ਦੇ ਰੂਪ 'ਚ ਕਿਹਾ, ਚਾਹੇ ਉਹਨਾਂ ਨੇ ਇਹ ਕਿਹਾ ਵੀ ਬੱਚਿਆਂ ਨੂੰ ਇੰਪਲੋਇਮੈਂਟ, ਅਸੀਂ ਰੋਜ਼ਗਾਰ ਉਪਲਬਧ ਕਰਾ ਕੇ ਬੱਚੇ ਸਾਡੇ ਕੈਨੇਡਾ ਨਾ ਜਾਣ, ਇੱਥੇ ਆਪਣੀ ਇੰਪਲੋਇਮੈਂਟ ਲਈ ਆਪਣੇ ਮਾਂ-ਬਾਪ ਦੇ ਕੋਲ ਰਹਿਣ। ਇਹ 5 ਸਾਲ ਇਹ ਸਰਕਾਰ ਤੁਹਾਨੂੰ ਵੱਡੀ ਛਾਪ ਛੱਡ ਕੇ ਜਾਏਗੀ। ਤੁਸੀਂ ਕਹਿ ਰਹੇ ਹੋ ਕੱਟੜ ਇਮਾਨਦਾਰ, ਵਿਰੋਧੀ ਕਹਿੰਦੇ ਹੋ ਕੱਟੜ ਬੇਈਮਾਨ। ਦੇਖੋ, ਵਿਰੋਧੀਆਂ ਨੇ ਇੰਨੀਆਂ ਕੁ ਬੇਈਮਾਨੀਆਂ ਕੀਤੀਆਂ, ਮੈਂ ਕਹਿ ਸਕਦਾ ਵੀ ਸ਼ਾਇਦ ਉਹਨਾਂ ਨੂੰ ਇਮਾਨਦਾਰੀ ਦਾ ਮਤਲਬ ਭੁੱਲ ਗਏ ਆ। ਮੈਂ ਇਹ ਗੱਲ ਕਹਿ ਸਕਦਾ, ਬੜੀ ਚੁਣੌਤੀਪੂਰਨ ਗੱਲ ਕਹਿ ਰਿਹਾ ਉਹਨਾਂ ਨੂੰ ਇਮਾਨਦਾਰੀ ਦਾ ਮਤਲਬ ਨਹੀਂ ਪਤਾ। ਉਹਨਾਂ ਨੇ ਉਹ ਕੰਮ ਕੀਤੇ ਆ, ਔਰ ਉਹਨਾਂ ਦੇ ਕੀਤੇ ਕੰਮ ਅੱਗੇ ਆ ਰਹੇ ਆ। ਉਹਨਾਂ ਦੇ ਕੀਤੇ ਕੰਮ ਜਲਦ ਤੁਹਾਡੇ ਸਾਹਮਣੇ ਆ ਰਹੇ ਸਾਰਿਆਂ ਦੇ। ਵਿਰੋਧੀ ਧਿਰਾਂ ਇੱਕ ਨਹੀਂ, ਸਾਰੀਆਂ, ਚਾਹੇ ਕਾਂਗਰਸ, ਅਕਾਲੀ, ਚਾਹੇ ਸਾਰੇ, ਉਹ ਕਹਿੰਦੇ ਆ ਕਿ ਇਹਨਾਂ ਨੂੰ ਦੂਜਿਆਂ ਦੀ ਬੇਈਮਾਨੀਆਂ ਤਾਂ ਦਿਖ ਰਹੀਆਂ ਨੇ, ਆਪਣੀ ਬੇਈਮਾਨੀਆਂ ਨਹੀਂ ਦਿਖਦੀਆਂ। ਆਪਣੇ ਮੰਤਰੀਆਂ ਦੀ ਰਿਕਾਰਡਿੰਗਾਂ ਬਾਹਰ ਆ ਰਹੀਆਂ ਨੇ, ਉਹ ਤੇ ਕੋਈ ਕਾਰਵਾਈ ਨਹੀਂ। ਦੇਖੋ, ਡੈਫੀਨੇਟਲੀ ਅਗਰ ਉਹਨੂੰ ਪ੍ਰੂਵ ਕਰਨ, ਅਗਰ ਹੁੰਦੀਆਂ ਚੀਜ਼ਾਂ ਪ੍ਰੂਵ, ਤਾਂ ਸਰਕਾਰ ਕਿਸੇ ਨੂੰ, ਮੇਰੇ ਲਿਹਾਜ਼ ਨਾਲ ਜਿਹੜਾ ਹੈਗਾ, ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵਿਜ਼ਨ ਬੜਾ ਕਲੀਅਰ ਹੈ। ਉਹਨੂੰ ਨਹੀਂ, ਉਹਨਾਂ ਨੂੰ ਪਹਿਲਾਂ ਉੱਤੇ ਦੇਖੋ ਵੈਰੀਫਾਈ ਕਰਨਾ ਬੜਾ ਜ਼ਰੂਰੀ ਹੁੰਦਾ, ਉਹਨੂੰ ਵੈਰੀਫਾਈ ਕਰ ਰਹੇ ਆ। ਸਮਾਂ ਜ਼ਿਆਦਾ ਨਹੀਂ ਲੱਗ ਰਿਹਾ ਵੈਰੀਫਾਈ ਨੂੰ? ਹਾਂਜੀ, ਸਮਾਂ ਜ਼ਿਆਦਾ ਨਹੀਂ ਲੱਗ ਰਿਹਾ। ਚਲੋ, ਇਹ ਦੇਖੋ, ਇਹ ਜਿਹੜੇ ਐਕਟ ਹੈ, ਕਈ ਤਰ੍ਹਾਂ ਦੀ ਸਰਕਾਰ ਨੇ ਆਪਣੇ ਲੈਵਲ ਦੇ ਉੱਤੇ ਕੀ ਸਰਕਾਰ ਇਹ ਪਾਲਿਸੀ ਅਪਣਾਏਗੀ, ਜਿਵੇਂ ਅਕਸਰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕਿ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਏਗੀ? ਹਾਂ, ਬਿਲਕੁਲ, ਬੱਕਰੇ ਦੀ ਮਾਂ ਜਿਹੜੀ ਹੈਗੀ ਹੈ ਉਹ ਲੰਬੀ ਦੇਰ ਖੈਰ ਨਹੀਂ ਮਨਾ ਸਕਦੀ। ਤੇ ਇਹਦਾ ਜਿਹੜਾ ਦੇਖੋ, ਕੱਲ ਨੂੰ ਜਿਹੜਾ ਐਕਟ ਸਾਹਮਣੇ ਆਉਂਦਾ ਕਿਸੇ ਦਾ, ਉਹਦੇ ਸਰਕਾਰ ਦੇ ਅਗਰ ਅਧੀਨ ਆ ਜਾਂਦਾ ਵੀ ਨਹੀਂ ਯਾਰ, ਇਹਨੇ ਕੋਈ ਵੀ ਕੰਮ ਇਦਾਂ ਦਾ ਕੀਤਾ, ਚਾਹੇ ਕਿਸੇ ਨੇ ਵੀ ਕੀਤਾ, ਤੇ ਉਹਨੂੰ ਬਖਸ਼ਿਆ ਨਹੀਂ ਜਾਂਦਾ। ਸਿੰਗਲਾ ਬਾਰੇ ਕਿਹਾ ਜਾਂਦਾ ਹੈ ਕਿ ਉਹਦੀ ਨਜਾਇਜ਼ ਬਲੀ ਦੇ ਦਿੱਤੀ ਗਈ, ਸਰਕਾਰ ਕੋਲੇ ਉਹਦੇ ਪ੍ਰੂਫ ਸੀਗੇ, ਹਾਈ ਕੋਰਟ ਦੇ ਵਿੱਚੋਂ ਉਹ ਜਿਹੜੇ ਆ ਲੈ ਕੇ ਜ਼ਮਾਨਤ ਲੈ ਕੇ, ਉਦੋਂ ਸਰਕਾਰ ਧਿਰ ਕਿਉਂ ਨਹੀਂ ਬਣੀ, ਤੇ ਹੁਣ ਸਰਕਾਰ, ਤੁਸੀਂ ਕਹਿੰਦੇ ਹੋ ਕਿ ਸਰਕਾਰ ਇਸ ਨੂੰ ਪ੍ਰੂਵ ਕਰੇਗੀ? ਦੇਖੋ, ਵਿਜੇਇੰਦਰ ਸਿੰਗਲਾ ਦਾ ਜਿਹੜਾ ਕੇਸ ਸੀਗਾ ਜੀ, ਉਹ ਅਗਰ ਉਹਨਾਂ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ, ਉਹ ਵੀ ਕੇਸ ਚੱਲ ਰਿਹਾ, ਜ਼ਮਾਨਤ ਮਿਲੀ, ਕੇਸ ਚੱਲ ਰਿਹਾ,
ਉਹਨਾਂ ਦੀ ਜੋ ਵੀ ਗੱਲਬਾਤ ਹੈ ਡੈਫੀਨੇਟਲੀ ਕੋਰਟ ਤਾਂ ਆਪਣਾ ਸੰਗਿਆਨ ਲਏਗੀ ਨਾ, ਪੁੱਛੇਗੀ। ਉਹ ਤਾਂ ਸਰਕਾਰ ਨੂੰ ਵੀ ਪੁੱਛੇਗੀ, ਵਿਜੇ ਇੰਦਰ ਸਿੰਗਲਾ ਜੀ ਨੂੰ ਵੀ ਪੁੱਛੇਗੀ, ਤੇ ਦੋਨੋਂ ਧੜਾਂ ਨੂੰ ਪੁੱਛਦੀ ਹੁੰਦੀ। ਕੋਰਟ ਤਾਂ ਕਿਸੇ ਨੂੰ ਨਹੀਂ ਹੈ, ਕੋਰਟ ਦਾ ਮੈਟਰ ਹੈ, ਉਹਨੂੰ ਚੱਲ ਲੈਂਦੀ, ਆਪਾਂ ਦੇਖਿਓ ਤੇ ਕੀ ਹੁੰਦਾ, ਕੋਈ ਗੱਲ ਨਹੀਂ। ਸਰਕਾਰ ਦੀ ਹੁਣ ਤੱਕ ਦੇ ਬਣਨ ਤੋਂ ਬਾਅਦ ਦੀਆਂ 8 ਪ੍ਰਾਪਤੀਆਂ ਗਿਣਾ ਸਕਦੇ ਹੋ, 8 ਮਹੀਨੇ ਹੋ ਗਏ ਆ। ਦੇਖੋ ਬੜੀਆਂ ਵੱਖ-ਵੱਖ ਪ੍ਰਾਪਤੀਆਂ ਆਪਾਂ ਸਰਕਾਰ ਦੀਆਂ, ਅਗਰ ਪ੍ਰਾਪਤੀਆਂ ਲੰਬੀਆਂ ਪ੍ਰਾਪਤੀਆਂ ਮੈਂ ਕਹਿ ਸਕਦਾ, ਸਰਕਾਰ ਨੇ ਸਭ ਤੋਂ ਵੱਡੀ ਪ੍ਰਾਪਤੀ ਸਰਕਾਰ ਦੀ, ਅਗਰ ਪ੍ਰਾਪਤੀ ਆਪਾਂ ਕਹਿ ਸਕਦੇ ਜਿਹੜੀ ਆਪਾਂ ਕੋ ਕਮਿਟਮੈਂਟਸ ਲੋਕਾਂ ਨਾਲ ਕੀਤੀਆਂ, ਜਾਂ ਇਹ ਵੀ ਕਹਿ ਸਕਦੇ ਹੋ ਕਿ ਜਿਹਦੇ ਆਉਣ ਵਾਲੇ ਸਮੇਂ 'ਚ ਨਤੀਜੇ ਹੋਣ, ਕਿਉਂਕਿ ਰਿਫਾਰਮਸ ਬਹੁਤ ਜ਼ਰੂਰੀ ਨੇ ਜੀ, ਬਦਲਾਅ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਕਿਸੇ ਚੀਜ਼ ਦੇ ਵਿੱਚ ਨਵੇਂ ਰਿਫਾਰਮਸ ਆਉਣਗੇ ਉਸ ਤੋਂ ਬਾਅਦ ਹੀ ਇਨਕਮ ਜਨਰੇਟ ਹੋਗੀ, ਇਨਕਮ ਜਨਰੇਟ ਤੋਂ ਬਾਅਦ ਹੀ ਲੋਕਾਂ ਨੂੰ ਰੋਜ਼ਗਾਰ ਮਿਲੇਗਾ, ਲੋਕਾਂ ਨੂੰ ਕੰਮਕਾਰ ਦਾ ਕੋਈ ਸਾਧਨ ਪ੍ਰਾਪਤ ਹੋਵੇਗਾ, ਨੌਕਰੀ ਦੇ ਜਿਹੜੇ ਮੌਕੇ ਜਿਹੜੇ ਆ ਉਹ ਪੈਦਾ ਹੋਣਗੇ। ਤਾਂ ਉਸ ਦਿਸ਼ਾ ਦੇ ਵਿੱਚ ਮੈਂ ਪੁੱਛਦਾ, ਕੋਈ ਅਜਿਹੇ 8 ਕੰਮ ਹੈਗੇ? ਦੇਖੋ ਆਪਾਂ 8 ਕੰਮ ਨਾ ਗੱਲ ਕਰੀਏ, ਆਪਾਂ ਗੱਲ ਕਰਦੇ ਹਾਂ ਸਰਕਾਰ ਉਹਦੇ ਲਈ ਵੱਡਾ ਪ੍ਰਯਾਸ ਕਰ ਰਹੀ ਹੈ। ਨੰਬਰ 1 ਉਹਦੇ ਵਿੱਚ ਸਰਕਾਰ ਨੇ ਪਹਿਲਾਂ ਤਾਂ ਇਹ ਸਰਕਾਰ ਦਾ ਹੈਗਾ ਜਿਹੜਾ ਮਤ ਹੈਗਾ ਵੀ ਇੱਥੇ ਆਪਾਂ ਰੋਜ਼ਗਾਰ ਪੈਦਾ ਕਰਨ ਨੂੰ, ਆਪਾਂ ਬਿਜ਼ਨਸ ਨੂੰ ਅਟਰੈਕਟ ਕਰੀਏ। ਵੱਡੀ ਗੱਲ ਇਹ ਸੀ ਸਰਕਾਰ ਨੇ ਉਹਦੇ ਲਈ ਇਹ ਕੀਤਾ ਵੀ ਕਿਸੇ ਵੀ ਇਹਨੂੰ ਇੱਕ ਸਿੰਗਲ ਵਿੰਡੋ ਦੇ ਉੱਤੇ ਤੁਹਾਨੂੰ ਕੋਈ ਵੀ ਕਿਤੇ ਦਿੱਕਤ ਨਹੀਂ ਆਏਗੀ। ਠੀਕ ਹੈ ਨਾ ਜੀ, ਕੋਈ ਵੀ ਬਿਜ਼ਨਸਮੈਨ ਇੱਥੇ ਆਉਣਾ ਚਾਹੁੰਦਾ, ਇੱਥੇ ਕੰਮ ਕਰਨਾ ਚਾਹੁੰਦਾ, ਦੇਖੋ ਰੋਜ਼ਗਾਰ ਤਾਂ ਉੱਥੋਂ ਜਨਰੇਟ ਹੋਣਾ। ਸਰਕਾਰ ਬੱਚਿਆਂ ਨੂੰ ਸਭ ਰੋਜ਼ਗਾਰ ਦੇ ਨਾਲ ਜੋੜਨਾ ਚਾਹੁੰਦੀ ਹੈ। ਨੰਬਰ 2 ਉਹਦੇ ਲਈ ਸਰਕਾਰ ਨੇ ਡੈਫੀਨੇਟਲੀ ਅਲੱਗ-ਅਲੱਗ ਸਾਡੇ ਪ੍ਰੋਗਰਾਮ ਜਿਹੜੇ ਹੈ ਜਲਦ ਤੁਹਾਡੇ ਸਾਹਮਣੇ ਆਏ, ਕੁਝ ਕੀਤੇ ਵੀ ਆ, ਕੁਝ ਆ ਵੀ ਜਾ। ਚਲੋ ਮੰਤਰੀ ਸਾਹਿਬ, ਮੈਂ 1 ਬਾਏ 1 ਇੱਕ ਕਰਕੇ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਜੀ, ਸਰਕਾਰ ਨੇ ਨਸ਼ੇ ਤੇ ਕੀ ਕੀਤਾ? ਹਾਂਜੀ, ਨਸ਼ੇ ਤੇ ਕੀ ਕੀਤਾ? ਨਸ਼ੇ ਤੇ ਤੁਸੀਂ ਦੇਖੋ, ਨਸ਼ੇ ਤੇ ਇਹ ਨਸ਼ੇ ਦੇ ਉੱਤੇ ਲਗਾਤਾਰ ਅਗਰ ਚੋਟ ਵੱਜੀ ਹੈ ਤੇ ਪਹਿਲੀ ਸਰਕਾਰ ਹੈ ਜਿਹੜੀ ਘਰੋਂ ਨਸ਼ਾ ਵੇਚਣ ਵਾਲਿਆਂ ਨੂੰ ਫੜ ਰਹੀ ਘਰ ਜਾ ਕੇ। ਮੈਂ ਕਹਿ ਸਕਦਾ ਉਸ ਤੋਂ ਬਾਅਦ ਵੀ ਤਸਵੀਰ ਇਹ ਹੈ ਕਿ ਸਰਿੰਜਾਂ ਬਾਹਾਂ ਦੇ ਵਿੱਚ ਰਹਿ ਗਈਆਂ ਤੇ ਮੁੰਡੇ ਮਰੇ ਪਏ ਆ। ਦੇਖੋ ਗੱਲ ਇਹ ਹੈ, ਹਰੇਕ ਚੀਜ਼ ਨੂੰ ਐਡੀ ਪੁਰਾਣੀ ਬਿਮਾਰੀ ਨੂੰ ਟਾਈਮ ਤਾਂ ਲੱਗੇਗਾ। ਤੁਸੀਂ ਇਹ ਦੇਖੋ ਵੀ ਇਹ ਕੁੜੀਆਂ ਬੱਚੇ 8-8 ਸਾਲ ਦੇ ਇਸ ਚੀਜ਼ ਦੇ ਵਿੱਚ ਆ ਗਿਆ। ਪਹਿਲੀ ਵਾਰ ਇਹ ਤਸਵੀਰ ਆਈ ਹੈ ਕਿ 8 ਸਾਲ ਦਾ 9 ਸਾਲ ਦਾ ਬੱਚਾ ਇੰਜੈਕਸ਼ਨ ਲਾ ਰਿਹਾ। ਧਾਲੀਵਾਲ ਸਾਹਿਬ ਤੁਸੀਂ ਇਹ ਦੇਖੋ ਜਾ ਕੇ, ਤੁਸੀਂ ਦੇਖੋ ਸਰਕਾਰ ਦੀ ਸਰਜੀਕਲ ਸਟ੍ਰਾਈਕ ਹੋ ਰਹੀ ਨਸ਼ੇ ਦੇ ਉੱਤੇ ਕਿ ਨਹੀਂ ਹੋ ਰਹੀ। ਆਪਾਂ ਇਸ ਚੀਜ਼ ਨੂੰ ਜੱਜ ਕਰੀਏ, ਪੁਲਿਸ ਕਰ ਰਹੀ ਕਿ ਨਹੀਂ ਕਰ ਰਹੀ। ਜਿਹੜੀ ਪੁਲਿਸ ਅੱਗੇ ਫੜਨ ਤੋਂ ਬਾਅਦ ਫੋਨ ਡੀਕਦੀ ਸੀ ਵੀ ਕਿਹਦਾ ਆ ਰਿਹਾ, ਦੇਖੋ ਇਹ ਤੁਸੀਂ ਇੱਕ ਵੱਡੀ ਉਪਲਬਧੀ ਹੈ ਸਰਕਾਰ ਦੀ। ਤੁਸੀਂ ਕਿਸੇ ਪੁਲਿਸ ਅਫਸਰ ਨੂੰ ਪੰਜਾਬ ਦੇ ਨੂੰ ਪੁੱਛੋ ਵੀ ਕਿਆ ਕਦੀ ਕਿਸੇ ਐਮਐਲਏ ਦਾ, ਕਿਸੇ ਮਿਨਿਸਟਰ ਦਾ, ਕਿਸੇ ਪਾਰਟੀ ਦੇ ਲੀਡਰ ਦਾ ਉਹਦੇ ਤੇ ਕੋਈ ਦਬਾਅ, ਉਹਨੂੰ ਕੋਈ ਫੋਨ ਆਇਆ? ਚਲੋ ਮਾਈਨਿੰਗ ਤੇ ਪੁੱਛਣਾ ਚਾਹੁੰਦਾ, ਕੀ ਹੋਇਆ? ਦੇਖੋ ਮਾਈਨਿੰਗ ਇੱਕ ਤੁਸੀਂ ਦੇਖਦੇ ਪਏ ਸੀ, ਪੰਜਾਬ ਦੀਆਂ ਖੱਡਾਂ ਖਾਲੀ ਕੀਤੀਆਂ ਗਈਆਂ। ਆ ਜਿਹੜੇ ਆਲੇ ਦੁਆਲੇ ਇਹਨਾਂ ਨੇ ਕੋਈ ਵੀ ਇਹਨਾਂ ਪਿਛਲੇ 10 ਸਾਲਾਂ 'ਚ ਅਸੀਂ ਕਦੇ ਛੱਡਿਆ ਕੱਖ ਨਹੀਂ ਸੀ ਮਾਈਨਿੰਗ ਦੇ ਵਿੱਚ। ਉਹ ਜਿੰਨਾ ਕੁ ਕੁਦਰਤ ਦੁਆਰਾ ਰੇਤਾ ਰੂਤਾ ਭੇਜਦੀ ਆ ਉਹ ਤਾਂ ਹੁਣ ਦੁਆਰਾ ਆਏਗਾ ਜੇ ਬਰਸਾਤ ਦੇ ਵਿੱਚ ਆਉਂਦਾ। ਪਰ ਪਾਲਿਸੀ ਨਹੀਂ ਆਈ। ਦੇਖੋ ਪਾਲਿਸੀ ਸਰਕਾਰ ਨੇ ਲੈ ਕੇ ਆਂਦੀ ਹੈ, ਉਹਨੂੰ ਐਗਜ਼ੀਕਿਊਟ ਕਰਨ ਨੂੰ ਕਈ ਵਾਰੀ ਟਾਈਮ ਲੱਗਦਾ। ਗੱਲ ਫਿਰ ਉਹ ਲੰਬੀ ਬਿਮਾਰੀ ਵਾਲੀ ਆ, ਲੇਕਿਨ ਜਲਦ ਤੁਹਾਨੂੰ ਉਹਦੇ ਵਧੀਆ ਰਿਜ਼ਲਟ ਮਿਲੂਗਾ, ਮੈਂ ਕਹਿ ਸਕਦਾ ਮਾਮਲੇ ਦੇ ਵਿੱਚ। SYL ਸਭ ਤੋਂ ਵੱਡਾ ਪੰਜਾਬ ਦਾ ਮੁੱਦਾ ਹੈ, ਪੰਜਾਬ ਦੀ ਸ਼ਾਹ ਰਗ ਹੈ ਇਹ। SYL ਦੇ ਉੱਤੇ ਸਰਕਾਰ ਆਪਣੇ ਇਸ ਟਰਮ ਦੇ ਵਿੱਚ ਕੋਈ ਹੱਲ ਕੱਢ ਸਕੇਗੀ ਜਾਂ ਨਹੀਂ? ਦੇਖੋ ਪਰਸੋਂ ਕੁਐਸਚਨ ਉੱਠਿਆ ਸੀਗਾ ਵੀ ਪੰਜਾਬ ਔਰ ਹਰਿਆਣਾ ਦੀ ਅਗਰ ਮੁੱਖ ਮੰਤਰੀ ਦੀ ਮੀਟਿੰਗ ਸੀਗੀ ਤੇ ਉਹ ਕੋਰਟ ਚਾਹੁੰਦੀ ਸੀ ਫਿਰ ਬਹਿ ਕੇ ਮਿਲ ਵਰਤ ਕੇ ਸਹਿਮਤੀ ਕਰਨ। ਪਹਿਲਾਂ ਵੀ ਹੋਈਆਂ ਨੇ, ਪਹਿਲਾਂ ਵੀ ਹੋਈਆਂ, ਲੇਕਿਨ ਸਵਾਲ ਹੁਣ ਇਸ ਗੱਲ ਦਾ ਸੀ ਵੀ ਜਦੋਂ ਇਹ ਨਹਿਰ ਬਣੀ ਹੈ, ਬਣਾਈ ਗਈ ਹੈ, ਅੱਜ ਜਿਹੜੇ ਬੰਦੇ ਕੁਐਸਚਨ ਕਰ ਰਹੇ ਆ ਵਿਰੋਧੀ ਧਿਰ ਦੇ ਰੂਪ ਚਾਹੇ ਅਕਾਲੀ ਹੈ ਜਾਂ ਕਾਂਗਰਸ, ਇਹਨਾਂ ਨੂੰ ਪੁੱਛੋ ਵੀ SYL ਫਿਰ ਬਣਾਈ ਕਰ ਲਈ, ਸਾਡੇ ਕੋਲ ਪਾਣੀ ਦਾ ਉਦੋਂ ਵੀ ਨਹੀਂ ਸੀਗਾ, ਉਦੋਂ ਸਰਕਾਰਾਂ ਦਾ ਇਹਨਾਂ ਦੀਆਂ ਸੀ ਨਾ। ਕਹਿੰਦੇ ਅਸੀਂ ਜਿਹੜੀ ਜ਼ਮੀਨਾਂ ਅਕਵਾਇਰ ਹੋਈਆਂ ਸੀ ਉਹ ਜ਼ਮੀਨਾਂ ਹੀ ਵਾਪਸ ਦੇ ਗਏ। ਇਸ ਤਾਂ ਹਾਂਜੀ ਜ਼ਮੀਨਾਂ ਹੀ ਵਾਪਸ ਦੇ ਗਏ ਸੀ ਅਕਾਲੀ ਸਰਕਾਰ ਤਾਂ। ਬਿਲਕੁਲ ਝੂਠ ਬੋਲ ਰਹੇ। ਅਕਾਲੀਆਂ ਦੇ ਉਸ ਵੇਲੇ ਅਕਾਲੀਆਂ ਦੇ ਟਾਈਮ ਦੇ ਉੱਤੇ ਇਹਨਾਂ ਨੇ ਰੌਲਾ ਜ਼ਰੂਰ ਪਾਇਆ, ਕੰਮ ਨਹੀਂ ਕੀਤਾ, ਕਿਉਂਕਿ ਦੇਖਦੇ ਸੀ ਉਸ ਵੇਲੇ ਅਕਾਲੀਆਂ ਦੀ ਸਾਂਝ ਜਿਹੜੀ ਸੀਗੀ ਨਾ ਜੀ, ਉਹ ਦੇਵੀ ਲਾਲ ਦੇ ਪਰਿਵਾਰ ਦੇ ਨਾਲ ਸੀ। ਮੇਰੀ ਗੱਲ ਸਮਝੋ, ਪਹਿਲਾਂ ਦੋਨੋਂ ਸਕੇ ਭਰਾਵਾਂ ਨਾਲ ਤੋਂ ਵੱਧ ਪਿਆਰ ਸੀਗਾ ਇਹਨਾਂ ਦਾ, ਬਾਦਲ ਪਰਿਵਾਰ ਦਾ ਤੇ ਦੇਵੀ ਲਾਲ ਪਰਿਵਾਰ ਦਾ, ਚੌਟਾਲਾ ਪਰਿਵਾਰ ਦਾ, ਆਪਾਂ ਕਹਿ ਸਕਦੇ ਹਾਂ। ਇਹ ਸਭ ਜਿਹੜੀਆਂ ਬਿਮਾਰੀਆਂ ਪੈਦਾ ਕੀਤੀਆਂ, ਇਹ ਇਹਨਾਂ ਦੀਆਂ ਪੈਦਾ ਕੀਤੀਆਂ। ਇਹ ਬਿਮਾਰੀਆਂ ਪੈਦਾ ਹੁਣ ਸਾਡੇ ਕੋਲ ਇੱਕ ਦਿਨ 'ਚ ਇਲਾਜ ਲੱਭਦੇ ਆ। ਮਾਫ ਕਰਨਾ ਧਾਲੀਵਾਲ ਜੀ, ਤੁਸੀਂ ਇਹ ਦੇਖੋ
ਵੀ 35 40 ਸਾਲ ਦੀਆਂ ਬਿਮਾਰੀਆਂ ਦਾ ਇਲਾਜ ਇੱਕ ਦਿਨ 'ਚ ਲੱਭਦੇ ਪਏ ਆ। ਆਪਾਂ ਤੁਸੀਂ ਇੱਥੇ ਜਿਹੜਾ ਫੋਕਸ ਕਰੋ। ਆਪਾਂ ਤਾਂ ਡੈਫੀਨੇਟਲੀ ਮੁੱਖ ਮੰਤਰੀ ਜਿਹਨੇ ਇੱਕ ਗੱਲ ਬੜੀ ਕਲੀਅਰ ਕਰਤੀ ਵੀ ਯਾਰ ਬਣਾਏ ਕਿਨੇ ਸੋਨੇ ਦੇ ਪੁਹਾੜੇ ਤੇ ਉਸ ਵੇਲੇ ਸਾਰੇ ਤੁਸੀਂ ਮੰਗਾਉਂਦੇ ਸੀਗੇ ਚਾਂਦੀ ਦੇ ਵੀ ਇਹਦੇ ਨਾਲ ਨਹਿਰ ਨੂੰ ਟੱਕ ਲਾਣਾ ਜੀ ਅਸੀਂ, ਤੇ ਅੱਜ ਦੇਖਦੇ ਤੁਸੀਂ ਜਿਹੜੀ 6 ਮਹੀਨੇ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਪਰ ਖੱਟਰ ਸਾਹਿਬ ਕਹਿ ਰਹੇ ਆ ਕਿ ਜਿਹੜੀ ਮੀਟਿੰਗ ਹੋਈ ਉਹ ਮੀਟਿੰਗ ਦੇ ਵਿੱਚ ਸਿਰਫ ਡਿਸਕਸ ਹੋਇਆ ਹੈ ਕਿ ਨਹਿਰ ਬਣਾਉਣੀ ਹੈ ਜਾਂ ਨਹੀਂ ਬਣਾਉਣੀ, ਪਾਲੀ ਤਾਂ ਹਲੇ ਗੱਲ ਨਹੀਂ ਹੋਈ। ਇਸ ਤਾਂ ਕਹਿੰਦੇ ਕੋਰਟ ਦੇ ਮੁਤਾਬਕ ਚੱਲ ਰਹੇ ਆ। ਸੁਪਰੀਮ ਕੋਰਟ ਕਹਿ ਚੁੱਕਿਆ ਕਿ ਪਹਿਲਾਂ ਨਹਿਰ ਬਣਾਓ। ਨਹਿਰ ਕਿਸ ਲਈ ਬਣੇਗੀ? ਮੇਰਾ ਤਾਂ ਇਹ ਸਵਾਲ ਹੈ। ਨਹਿਰ ਪਾਣੀ ਵਾਸਤੇ ਹੀ ਬਣੇਗੀ ਨਾ, ਵੈਸੇ ਕਿਸੇ ਚੀਜ਼ ਦੀ ਕੰਸਟਰਕਸ਼ਨ ਕਿਉਂ ਕਰਨੀ? ਉਹ ਤਾਂ ਵੇਸਟੇਜ ਆਫ ਟਾਈਮ ਐਂਡ ਮਨੀ। ਬਿਲਕੁਲ ਠੀਕ ਗੱਲ ਹੈ ਤੁਹਾਡੀ। ਲੇਕਿਨ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੀ ਕਿਹਾ? ਉਹਨਾਂ ਨੇ ਕਿਹਾ ਵੀ ਜੇ ਸਾਡੇ ਕੋਲ ਪਾਣੀ ਐਕਸਟਰਾ ਹੈ ਨਹੀਂ ਦੇਣ ਨੂੰ, ਅਸੀਂ ਨਹਿਰ ਗੱਲ ਨਹੀਂ ਬਣਾਣੀ। ਇਹੀ ਗੱਲ ਕੀਤੀ ਉਹਨਾਂ ਨੇ। ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਹੀ ਗੱਲ ਕਹੀ ਹੈ। ਤੇ ਕੀ ਕਰਾਂਗੇ ਉਸ ਨਹਿਰ ਦਾ? ਚਲੋ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ। ਰੋਜ਼ਗਾਰ ਦਾ ਵਾਅਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬਹੁਤ ਵੱਡਾ ਕੀਤਾ ਸੀ। ਇਹ ਜਿਹਾ ਵਾਅਦਾ ਅੱਜ ਤੱਕ ਪੰਜਾਬੀਆਂ ਨਾਲ ਨਹੀਂ ਹੋਇਆ, ਪਰ ਵਫਾ ਵੀ ਨਹੀਂ ਹੋ ਸਕਿਆ ਹੈਗਾ। ਤੁਸੀਂ ਧਰਨੇ ਦੇ ਉੱਤੇ ਬੈਠੇ ਪ੍ਰਦਰਸ਼ਨ ਕਰ ਰਹੇ ਸਾਰੇ ਲੋਕਾਂ ਨੂੰ ਸੜਕਾਂ ਦੇ ਉੱਤੇ ਆ ਕੇ ਵਿਦ ਕੇਜਰੀਵਾਲ ਇਹ ਗੱਲ ਕਹੀ ਗਈ ਕਿ ਤੁਹਾਡੇ ਮਸਲੇ ਹੱਲ ਹੋ ਜਾਣਗੇ। ਭਗਵੰਤ ਮਾਨ ਵੀ ਕਹਿੰਦੇ ਸੀ ਤੇ ਸਭ ਤੋਂ ਪਹਿਲਾਂ ਮੇਰਾ ਹਾਰਾ ਪੈਨ ਲੋਕਾਂ ਦੇ ਲਈ ਚੱਲਣਾ। ਪਰ ਲੋਕ ਅੱਜ ਫੇਰ ਟੈਂਕੀਆਂ ਤੇ ਨੇ, ਫੇਰ ਸੜਕਾਂ ਤੇ ਨੇ। ਜਿਹੜੇ ਪਟਿਆਲੇ ਧਰਨੇ ਸੀ, ਚਮਕੌਰ ਸਾਹਿਬ ਆਏ ਜਾਂ ਖਰੜ ਆਏ, ਉਸ ਤੋਂ ਬਾਅਦ ਫੇਰ ਹੁਣ ਸੰਗਰੂਰ ਪਹੁੰਚ ਗਏ ਆ। ਤੁਸੀਂ ਇੱਦਾਂ ਕਰੋ, ਤੁਸੀਂ ਪਿਛਲੇ 5 ਸਾਲ ਦੇ ਵਿੱਚ ਕਿੰਨੇ ਇੰਪਲੋਇਮੈਂਟਸ ਇਹਨਾਂ ਨੇ ਜਨਰੇਟ ਕੀਤੀ ਸਰਕਾਰ ਨੇ। ਇਹ ਕਹਿੰਦੇ ਸੀ ਨਾ ਜੀ, ਜਿੱਥੇ ਤੱਕ ਹਰੇ ਫੈਸਲੇ ਦੀ ਗੱਲ ਹੈ, ਪਹਿਲੀ ਕੈਬਨਿਟ ਦੇ ਵਿੱਚ ਹੀ 26 ਤੋਂ 27 ਹਜ਼ਾਰ ਨੌਕਰੀਆਂ ਨੂੰ ਇੰਪਲੋਇਮੈਂਟ ਦੇਣ ਦਾ ਐਲਾਨ ਕੀਤਾ ਗਿਆ। ਉੱਤੇ ਫੈਸਲਾ ਕੀਤਾ ਗਿਆ, ਕੰਮ ਵੀ ਕੀਤਾ ਗਿਆ। ਨੰਬਰ 1 ਤੁਸੀਂ ਇਹ ਦੇਖੋ ਵੀ ਇਹ 6 ਮਹੀਨੇ ਜਾਂ 7 ਮਹੀਨੇ ਦੀ ਸਰਕਾਰ ਦੇ ਵਿੱਚ ਹੁਣ ਤੱਕ ਆਪਾਂ ਕਿੰਨੇ ਇੰਪਲੋਇਮੈਂਟ ਲੈਟਰ ਦਿੱਤੇ ਆ। ਜੇ ਮੈਂ ਆਪਣੇ ਮਹਿਕਮੇ ਦੀ ਹੀ ਗੱਲ ਕਰਾਂ, ਆਪਣੇ ਜਿਹੜੇ ਮਹਿਕਮੇ ਮੇਰੇ ਕੋਲ ਆ ਮੌਜੂਦਾ, ਤੇ 2-2.5 ਹਜ਼ਾਰ ਇੰਪਲੋਇਮੈਂਟ ਲੈਟਰ ਤਾਂ ਮੇਰੇ ਡਿਪਾਰਟਮੈਂਟ ਵੱਲੋਂ ਜਾ ਚੁੱਕਾ। ਤੇ ਇੱਦਾਂ ਸਾਰੇ ਮਹਿਕਮਿਆਂ ਤੋਂ ਰਲ ਕੇ ਮੁੱਖ ਮੰਤਰੀ ਜੀ ਘੱਟ ਤੋਂ ਘੱਟ, ਮੈਨੂੰ ਜ਼ਿਆਦਾ ਮੇਰੇ ਕੋਲ ਡਾਟਾ ਹੈ ਨਹੀਂ ਪੂਰਾ, ਲੇਕਿਨ ਮੈਂ ਇਹ ਕਹਿ ਸਕਦਾ 15 ਤੋਂ 20 ਹਜ਼ਾਰ ਇੰਪਲੋਇਮੈਂਟ ਲੈਟਰ ਮੁੱਖ ਮੰਤਰੀ ਜੀ ਦੇ ਚੁੱਕੇ ਆਪਣੇ ਕਰ ਕਮਲਾਂ ਨਾਲ, ਆਪਣੇ ਹੱਥਾਂ ਨਾਲ। ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ, ਤੁਸੀਂ ਇਹ ਦੇਖੋ ਇਹ 7 ਮਹੀਨੇ ਦੀ ਸਰਕਾਰ ਦੀ ਉਪਲਬਧੀ ਹੈ। ਦੇਖੋ ਹਰ ਕਿਸੇ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾ ਸਕਦੀ, ਇਸ ਗੱਲ ਨਾਲ ਅਸੀਂ ਸਹਿਮਤ ਹਾਂ, ਇਤਫਾਕ ਰੱਖਦੇ ਹਾਂ ਜੀ। ਪਰ ਜਿਹੜੀ ਪ੍ਰਾਈਵੇਟ ਵੀ ਦੇਣੀ ਹੈ ਜਾਂ ਜਿਹੜਾ ਬਿਜ਼ਨਸ ਵੀ ਚੱਲਣਾ ਹੈ, ਉਹ ਤਾਂ ਇੰਡਸਟਰੀਅਲਿਸਟ ਦੇ ਨਾਲ ਚੱਲਣਾ ਹੈ। ਬਿਲਕੁਲ ਠੀਕ ਹੈ। ਨਵੀਂ ਇੰਡਸਟਰੀ ਹਾਲੇ ਤੱਕ ਪੰਜਾਬ ਦੇ ਵਿੱਚ ਕੋਈ ਨਹੀਂ ਆਈ। ਹੁਣ ਤੱਕ ਪੰਜਾਬ ਦੇ ਵਿੱਚੋਂ ਜਿੰਨੇ ਵਪਾਰੀ ਸੀ ਕਿ ਕਾਰੋਬਾਰੀ ਸੀ, ਉਹ ਇੱਥੋਂ ਹਿਜਰਤ ਕਰਕੇ ਚਲੇ ਗਏ ਆ, ਗੁਆਂਢੀ ਰਾਜਾਂ 'ਚ ਚਲੇ ਗਏ ਆ ਜਾਂ ਕਿਤੇ ਹੋਰ ਚਲੇ ਗਏ ਆ। ਪਰ ਪੰਜਾਬ ਦੇ ਵੱਲ ਇੰਡਸਟਰੀ ਕਿਉਂ ਨਹੀਂ ਆ ਰਹੀ? ਧਾਲੀਵਾਲ ਸਾਹਿਬ, ਪਿਛਲੀਆਂ ਸਰਕਾਰਾਂ ਨੇ ਵਿਸ਼ਵਾਸ ਜਿਹੜਾ ਗਵਾ ਚੁੱਕੀਆਂ ਸੀ। ਇਹਨਾਂ ਨੇ ਐਡੀਆਂ ਰਿਸ਼ਵਤਾਂ ਮੰਗ ਕੇ, ਉਹਨਾਂ ਨੂੰ ਤੰਗ ਕਰਕੇ, ਉਹਨਾਂ ਕੋਲ ਮਹੀਨੇ ਮੰਗ ਕੇ, ਉਹਨਾਂ ਕੋਲ ਡਬਲ ਰੋਟੀਆਂ ਦੇ, ਸਾਈਕਲਾਂ ਦੇ, ਵੀ ਕਿੰਨੇ ਬੰਦੇ ਰੋਜ਼ ਦੇ, ਕਿੰਨਾ ਕੀ ਬਣਦਾ ਪਿਆ ਉਹਦੇ ਨਾਲ ਹਿਸਾਬ ਦੇ ਸਾਨੂੰ। ਇਹਨਾਂ ਨੇ ਇੰਨਾ ਕੁ ਵਿਸ਼ਵਾਸ ਬਿਜ਼ਨਸਮੈਨਾਂ ਦਾ ਖਰਾਬ ਕਰ ਦਿੱਤਾ ਵੀ ਉਹਦਾ ਵਿਸ਼ਵਾਸ ਜਿੱਤਣ ਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਹੈਗੇ ਆ, ਉਹ ਦਿਨ ਰਾਤ ਜਿੱਥੇ ਉਹਨਾਂ ਤੇ ਲੋਕ ਯਕੀਨ ਵੀ ਕਰਦੇ ਪਏ, ਮੈਂ ਕਹਿ ਸਕਦਾ ਬਿਜ਼ਨਸਮੈਨ। ਤੁਹਾਨੂੰ ਨੀਂਦ ਆਉਂਦੀ ਹੈ ਰਾਤ ਨੂੰ? ਹੈ, ਬਿਲਕੁਲ ਆਉਂਦੀ ਹੈ, ਮੈਨੂੰ ਨੀਂਦ ਆਉਂਦੀ ਹੈ। ਕਿਉਂਕਿ ਮੈਂ ਇਸ ਕਰਕੇ ਪੁੱਛ ਰਿਹਾ ਜੀ, ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਤੁਸੀਂ ਖਜ਼ਾਨੇ ਨੂੰ ਖਾਲੀ ਨਾ ਕਹੋ, ਖਾਲੀ ਤਾਂ ਪੀਪਾ ਹੁੰਦਾ। ਤੁਹਾਡੇ ਕੋਲੇ ਮਹਿਕਮਾ ਉਹ ਹੈ ਜਿਸ ਨੇ ਉਸ ਖਾਲੀ ਪੀਪੇ ਨੂੰ ਭਰਨਾ ਹੈ। ਰੈਵਨਿਊ ਪੈਦਾ ਕਰਨ ਦੇ ਲਈ, ਰੈਵਨਿਊ ਜਨਰੇਟ ਕਰਨ ਲਈ ਪਹਿਲਾਂ ਸਾਨੂੰ ਰਿਸੋਰਸਿਸ ਬਣਾਉਣੇ ਪੈਣਗੇ। ਉਹ ਰਿਸੋਰਸਿਸ ਬਹੁਤ ਜ਼ਰੂਰੀ ਨੇ। ਅਸੀਂ ਜਿਹੜੇ ਸਾਡੇ ਕੋਲ ਆਲਰੇਡੀ ਜਿਹੜੇ ਨੈਚੁਰਲ ਰਿਸੋਰਸਿਸ ਨੇ, ਉਹਦੀ ਚੋਰੀ ਹਾਲੇ ਤੱਕ, ਉਹਦੀ ਲੀਕੇਜ ਹੈ। ਮੰਤਰੀ ਸਾਹਿਬ ਗੁੱਸਾ ਨਾ ਕਰਿਓ ਮੇਰੀ ਗੱਲ ਦਾ, ਉਹ ਲੀਕੇਜ ਵੀ ਹਾਲੇ ਸਾਡੇ ਤੱਕ ਬੰਦ ਨਹੀਂ ਹੋਈ। ਚਾਹੇ ਉਹ ਟਰਾਂਸਪੋਰਟ ਮਾਫੀਆ ਦੀ ਗੱਲ ਹੋਵੇ, ਚਾਹੇ ਉਹ ਮਾਈਨਿੰਗ ਮਾਫੀਆ ਦੀ ਗੱਲ ਹੋਵੇ, ਲੀਕਰ ਮਾਫੀਆ ਦੀ ਗੱਲ ਹੋਵੇ, ਹਾਲੇ ਤੱਕ ਵੀ ਉਹ ਲੀਕੇਜ ਤੇ ਚੋਰੀ ਹੈ, ਚਾਹੇ ਉਹ ਟੈਕਸ ਦੇ ਰੂਪ ਦੇ ਵਿੱਚ ਹੈ ਜਾਂ ਹੋਰ ਕਿਸੇ ਤਰੀਕੇ ਦੇ ਰੂਪ ਦੇ ਵਿੱਚ। ਦੇਖੋ, ਆਪਾਂ ਲੀਕਰ ਮਾਫੀਆ ਦੀ ਗੱਲ ਕੀਤੀ ਹੈ ਜਾਂ ਆਪਾਂ ਐਕਸਾਈਜ਼ ਦੀ ਪਾਲਿਸੀ ਦੀ ਗੱਲ ਕੀਤੀ ਹੈ, ਇਹਦਾ ਮਤਲਬ ਹੈ ਤੁਸੀਂ ਦੇਖੋ ਪਿਛਲੇ 6,500-7 ਹਜ਼ਾਰ ਤੋਂ ਅਗਰ 96 ਕਰੋੜ ਦਾ ਟੀਚਾ ਰੱਖਿਆ ਗਿਆ ਤਾਂ ਉਹ ਇੱਕ ਵੱਡਾ ਜਿਹੜਾ ਸੀਗਾ, ਉਹ ਕਿੱਥੇ ਖਜ਼ਾਨੇ 'ਚ ਪੈਸਾ ਆਏਗਾ। ਔਰ ਉਹ ਤਾਂ ਬਿਲਕੁਲ ਠੀਕ ਚੱਲਦੀ ਪਈ ਸਰਕਾਰ। ਤੁਸੀਂ ਉਹਦਾ ਦੇਖੋ, ਰੂਟੀਨ ਦੇਖੋ, ਜੋ ਐਕਸਪੈਕਟੇਸ਼ਨ ਸੀ ਉਹਦਾ ਮੁਤਾਬਿਕ ਚੱਲ ਰਿਹਾ। ਮੈਂ ਆਪਣੀ ਸਿੰਪਲ ਰੈਵਨਿਊ ਡਿਪਾਰਟਮੈਂਟ ਦੀ ਗੱਲ ਕਰ ਰਿਹਾ। 27-28 ਕਰੋੜ 2700-2800 ਕਰੋੜ ਰੁਪਈਆ ਪਿਛਲੇ ਸਰਕਾਰਾਂ ਨੇ ਟੀਚਾ ਰਿਹਾ।
ਇਸ ਵੇਲੇ ਅਸੀਂ 4000 ਕਰੋੜ ਰੁਪਏ ਤੋਂ ਉੱਤੇ ਲੈ ਕੇ ਉਹਨੂੰ ਟੀਚੇ ਨੂੰ ਚੱਲ ਰਹੇ ਹਾਂ ਵੀ 1000 ਕਰੋੜ ਤੋਂ ਉੱਤੇ ਸਾਡਾ ਰੈਵਨਿਊ ਜਿਹੜਾ ਹੈ ਵੱਧ ਤੋਂ ਬਲਕਿ 1200 ਕਰੋੜ ਲੈ ਕੇ ਚੱਲ ਰਿਹਾ ਹੈ ਤਾਂ ਉਹ ਆਏਗਾ, ਉਹ ਠੀਕ ਚੱਲ ਰਿਹਾ। ਦੇਖੋ ਸਰਕਾਰ ਜਿਹੜੀ ਹੈ ਪਹਿਲੇ 7 ਮਹੀਨੇ ਦੀ ਕਾਰਗੁਜ਼ਾਰੀ ਨਹੀਂ ਮੰਤਰੀ ਸਾਹਿਬ, ਸਰਕਾਰ ਜਿਹੜੀ ਹੈ ਜਿੰਨੇ ਵੀ ਰੈਵਨਿਊ ਜਿਹੜਾ ਵਧਣ ਦਾ ਸੋਰਸ ਦੱਸਦੀ ਹੈ, ਜਿਹੜਾ ਉਹਦਾ ਮਤਲਬ ਵੇ ਦੱਸਦੀ ਹੈ, ਉਹ ਸਿਰਫ ਟੈਕਸ ਹੈ ਕਿ ਜਿਹੜਾ ਹੈ ਉਹ ਟੈਕਸਾਂ ਦੇ ਵਿੱਚ ਵਾਧਾ ਹੋਇਆ। ਉਹ ਤਾਂ ਲੋਕਾਂ ਦੇ ਉੱਤੇ ਵਜ਼ਨ ਪਿਆ, ਨਵੇਂ ਰਿਸੋਰਸਿਸ ਦੇ ਜ਼ਰੀਏ ਜੇਕਰ ਉਹ ਰੈਵਨਿਊ ਵੱਧਦਾ। ਟੈਕਸਾਂ ਦਾ ਵਾਧਾ ਕਿਤੇ ਇੱਕ ਪੈਸੇ ਦਾ ਨਹੀਂ ਪਿਆ, ਕਿਤੇ ਵੀ ਨਹੀਂ ਪਿਆ, ਨਾ ਉਹਦੇ ਵਿੱਚ ਪਿਆ ਐਕਸਾਈਜ਼ ਪਾਲਿਸੀ ਦੇ ਵਿੱਚ ਪਿਆ। ਉਹ ਤਾਂ ਉਹ ਤੁਸੀਂ ਦੇਖੋ ਵੀ ਪੈਸਾ ਉਦਾਂ ਹੀ ਹੈ ਸਾਰਾ ਜੋ ਵੀ ਆਣਾ। ਪਹਿਲਾਂ ਸ਼ਰਾਬ ਤਾਂ ਪਹਿਲਾਂ ਇੱਕ ਮਿੰਟ ਠਹਿਰ ਜੋ ਪਹਿਲਾਂ ਵੀ ਵਿਕਦੀ ਸੀ, ਠੀਕ ਹੈ ਨਾ ਜੀ, ਉਹ 'ਚ 2600-2700 4000 ਕਰੋੜ ਦਾ ਇਜ਼ਾਫਾ ਹੋਣਾ ਇਹ ਇੱਕ ਵੱਡੀ ਉਪਲਬਧੀ ਹੈ। ਉਹ ਲੀਕੇਜ ਸੀ, ਉਹ ਤਾਂ ਕਿਤੇ ਨਾ ਕਿਤੇ ਜਿਹੜਾ ਅੱਗੇ ਨਿੱਜੀ ਜੇਬਾਂ ਜਾਂਦਾ ਸੀ ਜਾਂ ਠੇਕੇਦਾਰਾਂ ਦੀ ਜੇਬਾਂ ਜਾਂਦਾ ਸੀ, ਉਹਨੂੰ ਰੋਕ ਕੇ ਖਜ਼ਾਨੇ 'ਚ ਪਾਇਆ ਗਿਆ। ਕਹਿਣ ਤੋਂ ਭਾਵ ਜਿਹੜਾ ਅੰਡਰ ਟੇਬਲ ਸੀ ਉਹਨੂੰ ਔਨ ਟੇਬਲ ਕੀਤਾ। ਬਿਲਕੁਲ ਜਿਹੜਾ ਸਾਡਾ ਜਿਹੜਾ ਹੈਗਾ ਤੁਸੀਂ ਦੇਖੋ ਅਸੀਂ ਕਿਤੇ ਕੁਛ ਨਹੀਂ ਵਧਾਇਆ, ਕੁਛ ਨਹੀਂ ਕੀਤਾ, ਲੇਕਿਨ ਉਹਦੇ ਬਾਵਜੂਦ ਵੀ 1000 ਤੋਂ 1500 ਕਰੋੜ ਰੁਪਈਏ ਦਾ ਟੀਚਾ ਜਿਹੜਾ ਹੈਗਾ ਵੱਧ ਲੈ ਕੇ ਚੱਲੇ ਆ ਰੈਵਨਿਊ ਡਿਪਾਰਟਮੈਂਟ। ਕੱਲਾ ਆਪਾਂ ਕਹਿ ਸਕਦੇ ਹਾਂ ਰਜਿਸਟਰੀ ਡਿਪਾਰਟਮੈਂਟ ਜਿਹੜਾ ਹੈਗਾ, ਸਟੰਪ ਡਿਪਾਰਟਮੈਂਟ। ਤੁਸੀਂ ਰਜਿਸਟਰੀ ਦੀ ਗੱਲ ਕੀਤੀ, ਪੰਜਾਬ ਦੇ ਵਿੱਚ ਇਸ ਵੇਲੇ ਰਜਿਸਟਰੀਆਂ ਨਹੀਂ ਹੋ ਰਹੀਆਂ, ਸਰਕਾਰ ਨੂੰ ਰੈਵਨਿਊ ਕਿੱਥੋਂ ਆਏਗਾ? ਨਹੀਂ, ਰਜਿਸਟਰੀਆਂ 'ਚ ਸਰਕਾਰ ਇਹ ਚਾਹੁੰਦੀ ਸੀ ਵੀ ਕੋਈ ਵੀ ਖਰੀਦਦਾਰ ਜਿਹੜਾ ਨਾ ਕੱਲ੍ਹ ਨੂੰ ਉਹਨਾਂ ਧੋਖਾ ਨਾ ਹੋਵੇ। ਪਹਿਲਾਂ ਦੇਖ ਲੋਕ ਧੱਕੇ ਖਾ ਰਹੇ ਸੀ ਜਾ ਕੇ, ਤੁਸੀਂ ਰਜਿਸਟਰੀ ਕਰਾ ਲਈ, ਕਬਜ਼ਾ ਹੈ ਨਹੀਂ, ਤੁਸੀਂ ਜਗ੍ਹਾ ਲੈ ਲਈ, ਤੁਹਾਨੂੰ ਇਹੀ ਅਪਰੂਵਡ ਕਲੋਨੀ ਦੇ ਨਾਂ ਤੇ ਤੁਹਾਨੂੰ ਸਬਜ਼ ਬਾਗ ਜੇ ਦਿਖਾ ਕੇ, ਕਿਉਂਕਿ ਉਹ ਸਰਕਾਰਾਂ ਦੇ ਵਿੱਚ ਬੰਦੇ ਪੁਰਾਣੀਆਂ ਦੇ ਕੋਈ ਨਾ ਕੋਈ ਆਪੇ ਹੀ ਕੋਲੋਨਾਈਜ਼ਰ ਸੀਗੇ ਵਿੱਚੋਂ ਇਹਨਾਂ ਦੇ ਬੰਦੇ, ਮੈਂ ਕਹਿ ਸਕਦਾ ਪੁਰਾਣੀਆਂ ਸਰਕਾਰਾਂ ਦੇ। ਅਗਰ 14000 ਇਰੈਗੂਲਰ ਕਲੋਨੀ ਜਿਹੜੀ ਹੈਗੀ ਹੈ ਪੰਜਾਬ 'ਚ ਆਈ ਤੇ ਉਹ ਕਿੱਦਾਂ ਪੈਦਾ ਹੋਈ, ਕਾਰਨ ਕੀ ਸੀ, ਕਿਉਂ ਉਹਨੂੰ ਰੈਗੂਲਰ ਕਰਾਉਣ ਦੇ ਲਈ ਉਸ ਵੇਲੇ ਦੀ ਸਰਕਾਰਾਂ ਨੇ ਇੰਨੇ 25-30 ਸਾਲ ਤੋਂ ਕੋਸ਼ਿਸ਼ ਨਹੀਂ ਕੀਤੀ? ਉਹਦਾ ਕਾਰਨ ਇਹ ਸੀਗਾ ਵੀ ਆਪਾਂ ਖੁਦ ਹੀ ਬਿਜ਼ਨਸਮੈਨ ਸੀਗੇ, ਅਸੀਂ ਖੁਦ ਹੀ ਕੋਲੋਨਾਈਜ਼ਰ। ਪਰ ਮੰਤਰੀ ਸਾਹਿਬ ਇੱਥੇ ਲੋਕਾਂ ਨੂੰ ਹੁਣ ਦਿੱਕਤ ਆ ਰਹੀ ਹੈ, ਜੇ ਕੋਈ ਕਿਸੇ ਕਲੋਨੀ 'ਚ 25-25 30-30 ਸਾਲ ਤੋਂ ਰਹਿ ਰਿਹਾ ਹੈ, ਹੁਣ ਲੋਕਾਂ ਦਾ ਕੀ ਕਸੂਰ ਆ? ਲੋਕਾਂ ਨੂੰ ਪਹਿਲਾਂ ਜਗ੍ਹਾ ਵੇਚੀ ਗਈ, ਲੋਕਾਂ ਨੇ ਲਈ, ਰਜਿਸਟਰੀ ਕਰਾਈ, ਸਾਰਾ ਕੁਝ ਹੋਇਆ, ਪਰ ਅੱਜ ਜੇਕਰ ਉਹਨੇ ਦੁਬਾਰਾ ਉਸ ਪ੍ਰਾਪਰਟੀ ਨੂੰ ਸੇਲ ਕਰਨਾ, ਉਹਨੂੰ ਐਨਓਸੀ ਦੀ ਜ਼ਰੂਰਤ ਹੈ। ਐਨਓਸੀ ਮਿਲ ਕੇ ਤੇ ਨਹੀਂ ਰਹੀ। ਜਦੋਂ ਐਨਓਸੀ ਮਿਲੇਗੀ, ਈਵਨ ਕਿ ਕਈ ਜਗ੍ਹਾ ਤਾਂ ਇਹ ਆ ਕਿ ਪੈਸੇ ਲੋਕ ਭਰ ਰਹੇ ਆ ਪਰ ਐਨਓਸੀ ਹਲੇ ਨਹੀਂ ਆ ਰਹੀ। ਪੈਸਾ ਤਾਂ ਆਫਟਰ ਆਲ ਸਰਕਾਰ ਕੋਲ ਆਉਣਾ, ਐਨਓਸੀ ਖੁੱਲੇਗੀ ਤਾਂ ਰੈਵਨਿਊ ਡਿਪਾਰਟਮੈਂਟ ਕੋਲ ਆਉਣਾ, ਰਜਿਸਟਰੀ ਹੋਏਗੀ ਤਾਂ ਲੋਕਾਂ ਕੋਲ ਜ਼ਮੀਨਾਂ ਵਿਕਣੀਆਂ, ਪਲਾਟ ਵਿਕਣੇ, ਪਰ ਇਹ ਚੀਜ਼ਾਂ ਦੇ ਉੱਤੇ ਖੜੋਤ ਆ ਗਈ ਆ। ਤੁਸੀਂ ਇੱਕ ਚੀਜ਼ ਦੇਖੋ ਕਿ ਸਰਕਾਰ ਨੇ ਕੋਰਟ ਦੀਆਂ ਹਦਾਇਤਾਂ, ਜਿਹੜੀ ਕਿ ਇੱਕ ਸੁਪਰੀਮ ਕੋਰਟ ਦਾ ਫੈਸਲਾ ਸੀਗਾ, ਉਹਦੀਆਂ ਹਦਾਇਤਾਂ ਦਾ ਪਾਲਣ ਵੀ ਕਰਨਾ, ਉਹਨੂੰ ਵਾਇਲੇਟ ਨਹੀਂ ਕਰ ਸਕਦੀ ਸਰਕਾਰ ਅੱਜ ਜੀ। ਚਾਹੇ ਉਹ ਐਨਓਸੀ ਦਾ ਮਸਲਾ ਉਹਦੇ ਨਾਲ ਜੁੜਿਆ, ਕੋਰਟ ਨਾਲ ਜੁੜਿਆ, ਕੋਰਟ ਦੀਆਂ ਹਦਾਇਤਾਂ ਨਾਲ ਜੁੜਿਆ, ਇੱਕ ਐਕਟ ਜਿਹੜਾ ਪਾਪਰ ਐਕਟ ਜਿਹਨੂੰ ਕਹਿੰਦੇ ਉਹਦੇ ਨਾਲ ਜੁੜਿਆ, ਉਹਦਾ ਪਾਲਣ ਕਰਨਾ ਸਾਡਾ ਡਿਪਾਰਟਮੈਂਟ ਦਾ ਕੰਮ ਹੈਗਾ ਕਿ ਨਹੀਂ ਹੈਗਾ ਨਾ। ਹੁਣ ਸਵਾਲ ਸੀ ਵੀ ਉਹਨਾਂ ਦੇ ਉੱਤੇ ਅਸੀਂ ਇਸ ਕਰਕੇ ਸਰਕਾਰ ਨੇ ਉੱਤੇ ਥੋੜਾ ਰੁਖ ਅਪਣਾਇਆ ਠੀਕ ਠਾਕ ਵੀ ਲੋਕਾਂ ਨੂੰ ਚੀਜ਼ ਸਹੀ ਮਿਲੇ। ਪਰ ਐਕਟ ਵੀ ਸਰਕਾਰਾਂ ਨੇ ਬਣਾਉਣੇ ਹੁੰਦੇ ਆ, ਨਵਾਂ ਨਹੀਂ ਬਣਾ ਸਕਦੇ। ਨਹੀਂ, ਆਪਾਂ ਉਹਨੂੰ ਬਿਲਕੁਲ ਉੱਤੇ ਦੇਖੋ, ਇਹ ਜਿਹੜੇ ਲੰਬੇ ਮਸਲੇ ਆ ਨਾ ਜੀ, ਇੱਥੇ ਸਰਕਾਰ ਆਪਣਾ ਕੰਮ ਕਰ ਰਹੀ ਆ, ਉਹ ਜਲਦੀ ਉੱਤੇ ਕਰਾਂਗੇ, ਲੋਕਾਂ ਨੂੰ ਬਿਲਕੁਲ ਰਾਹਤ ਮਿਲੇਗੀ। ਹਾਲਾਂਕਿ ਐਨਓਸੀ ਦੀ ਗੱਲ ਸੀਗੀ, ਐਨਓਸੀ ਜਿਹੜੀ ਅੱਜ ਅਰਬਨ ਡਿਵੈਲਪਮੈਂਟ ਜਿਹੜਾ ਏਰੀਆ ਹੈਗਾ, ਉਹਨਾਂ ਨੇ ਕਹਿਤਾ ਸੀ 15 ਤੋਂ 21 ਦਿਨ 'ਚ। ਮਾਨਯੋਗ ਸਾਡੇ ਮੰਤਰੀ ਸਾਹਿਬ ਨੇ ਅਮਨ ਅਰੋੜਾ ਜੀ, ਉਹਨਾਂ ਨੇ ਕਿਹਾ ਵੀ ਜੀ ਅਸੀਂ 15 ਤੋਂ 21 ਦਿਨ 'ਚ ਪੁੱਡਾ ਤੋਂ ਜਾਂ ਇੱਥੋਂ ਐਨਓਸੀ ਤੁਹਾਨੂੰ ਮਿਲੇਗੀ, ਤੁਸੀਂ ਆਨਲਾਈਨ ਅਪਲਾਈ ਕਰੋ। ਇੱਦਾਂ ਹੀ ਲੋਕਲ ਬਾਡੀ ਵੀ ਦੇ ਰਹੀ ਹੈ, ਲੇਕਿਨ ਕੁਛ ਨਾ ਕੁਛ ਤੁਸੀਂ ਦੇਖੋ ਪੁਰਾਣੇ ਚੱਕਰ ਪਾਇਓ ਲੋਕਾਂ ਦੇ, ਇਹਦੇ 'ਚ ਕੁਛ ਮਸਲੇ ਆ ਗਏ, ਲੋਕਾਂ ਨੇ ਐਨਓਸੀ ਜਾਲੀ ਲਾਣੀ ਚਾਲੂ ਕਰਤੀ, ਇੱਦਾਂ ਦੇ ਮਸਲੇ, ਉਹਨੂੰ ਵੀ ਰੋਕਣਾ ਜ਼ਰੂਰੀ ਹੈ ਸਰਕਾਰ ਵੱਲੋਂ। ਉਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਨਿਸ਼ਚਿੰਤ ਰਹੋ, ਜਲਦ ਹੀ ਜਿਹੜਾ ਇਹ ਬਹੁਤ ਨਾਰਮਲ ਹੋ ਜਾਣਾ। ਮੈਨੂੰ ਲੱਗਦਾ ਤੁਹਾਡਾ ਅਮਨ ਅਰੋੜਾ ਜੀ ਉੱਤੇ ਕਾਫੀ ਪ੍ਰੈਸ਼ਰ ਰਹਿੰਦਾ ਹੋਊਗਾ, ਕਿਉਂਕਿ ਤੁਸੀਂ ਪਰਫਾਰਮੈਂਸ ਦੇਣੀ ਹੈ, ਕਿਉਂਕਿ ਮੁੱਖ ਮੰਤਰੀ ਨੂੰ ਵਜ਼ੀਰਾਂ ਨੇ ਪਰਫਾਰਮੈਂਸ ਦੇਣੀ ਹੈ, ਤੇ ਉਹ ਪਰਫਾਰਮੈਂਸ ਤਾਂ ਹੀ ਦਿੱਤੀ ਹੈ ਜੇ ਮਾਲ ਮਹਿਕਮਾ ਜਦੋਂ ਤੱਕ ਮਾਲ ਇਕੱਠਾ ਨਹੀਂ ਕਰੂਗਾ ਤੇ ਤੁਹਾਨੂੰ ਵਾਰ-ਵਾਰ ਸਵਾਲ ਪਾਇਆ ਜਾਣਾ। ਤੇ ਮੈਨੂੰ ਲੱਗਦਾ ਤੁਸੀਂ ਅਰੋੜਾ ਸਾਹਿਬ ਨੂੰ ਵਾਰ-ਵਾਰ ਕਹਿੰਦੇ ਨਹੀਂ ਵੀ ਜਲਦੀ ਐਨਓਸੀਆਂ ਦਿਓ, ਜਲਦੀ ਰਜਿਸਟਰੀਆਂ ਓਪਨ ਕਰੋ। ਨਹੀਂ, ਮੇਰੇ ਉਹ ਮੰਤਰੀ ਸਾਹਿਬ ਵੀ ਬੜੇ ਇਸ ਮਾਮਲੇ 'ਚ ਖੁਦ ਅੱਗੇ ਆ ਕੇ ਕੰਮ ਕਰ ਰਹੇ ਆ, ਮੈਂ ਕਹਿ ਸਕਦਾ। ਔਰ ਲੋਕਲ ਬਾਡੀ ਮੰਤਰੀ ਜੀ ਵੀ ਸਾਡੇ ਨਿੱਜਰ ਸਾਹਿਬ ਵੀ ਤੇ ਅਮਨ ਅਰੋੜਾ ਜੀ ਵੀ ਬਹੁਤ ਅੱਛਾ ਉਹ ਕੋਸ਼ਿਸ਼ ਕਰ ਰਹੇ, ਲੋਕਾਂ ਨੂੰ ਇਸ ਤੋਂ ਆਪਾਂ ਰਾਹਤ ਜਲਦੀ ਦੇਵਾਂਗੇ। ਮੈਂ ਤੁਹਾਡੇ ਤੋਂ ਵੀ ਪੁੱਛਣਾ ਚਾਹੁੰਦਾ, ਅਕਸਰ ਕਚਹਿਰੀਆਂ ਦੇ ਵਿੱਚ ਲੋਕ ਜਾਣ ਤੋਂ ਡਰਦੇ ਆ। ਇੱਕ ਕਹਾਵਤ ਹੈ ਕਿ ਰੱਬ ਦੁਸ਼ਮਣ ਨੂੰ ਵੀ ਥਾਣੇ ਤੇ ਕਚਹਿਰੀ ਤੇ ਰਾਹ ਨਾ ਪਾਵੇ, ਕਿਹਾ ਜਾਂਦਾ ਨਾ। ਬਿਲਕੁਲ ਠੀਕ ਗੱਲ। ਕਚਹਿਰੀ ਦੇ ਵਿੱਚ ਲੋਕ ਇਸ ਕਰਕੇ ਜਾਣ ਤੋਂ ਡਰਦੇ ਆ ਕਿ ਜਿਸ ਟੇਬਲ ਤੇ ਜਾਣਾ ਲਿਆਓ ਪੈਸੇ, ਜਿਸ ਕੋਲੇ ਜਾਣਾ ਲਿਆਓ ਪੈਸੇ। ਉਹ ਪੈਸਾ ਜਿਹੜਾ ਨਜਾਇਜ਼ ਪੈਸਾ, ਜਿਹੜੀ ਚੋਰੀ ਦਾ ਪੈਸਾ, ਉਹਨੂੰ ਬੰਦ ਕਰਨ ਲਈ ਨਵੇਂ ਰਿਫਾਰਮਸ ਤੁਹਾਡੇ ਵੱਲੋਂ ਕੀ ਲਿਆਂਦੇ ਜਾ ਰਹੇ ਆ?
ਦੇਖੋ ਜੀ, ਜਿੱਥੇ ਤੱਕ ਰੈਵਨਿਊ ਡਿਪਾਰਟਮੈਂਟ ਮਾਲ ਮਹਿਕਮੇ ਦਾ ਸੰਬੰਧ ਸੀ, ਅਸੀਂ ਬਹੁਤ ਸਾਰੇ ਨਵੇਂ ਰਿਫਾਰਮ ਲੈ ਕੇ ਆਏ ਹਾਂ। ਅਸੀਂ ਫਰਦ ਜਿਹੜੀ ਸੀਗੀ ਇਹਦੀ ਹੋਮ ਡਿਲੀਵਰੀ ਚਾਲੂ ਕੀਤੀ ਹੈ। ਤੁਹਾਨੂੰ ਘਰ ਬੈਠਿਆਂ ਫਰਦ ਦੀ ਪ੍ਰਾਪਤੀ ਅਸੀਂ ਆਨਲਾਈਨ ਵੀ ਕਰ ਸਕਦੇ ਹਾਂ, ਦੁਨੀਆ ਦੇ ਕਿਸੇ ਕੋਨੇ 'ਚ ਮੰਗਾ ਵੀ ਸਕਦੇ ਹਾਂ। ਉਹਦੇ ਵਿੱਚ ਅਸੀਂ ਮੋਬਾਈਲ ਦੇ ਨਾਲ ਉਹਨੂੰ ਲਿੰਕ ਕੀਤਾ ਫਰਦ ਨੂੰ, ਉਹ ਉੱਤੇ ਵੀ ਬੜਾ ਵੱਡਾ ਕੰਮ ਚੱਲ ਰਿਹਾ। ਅਸੀਂ ਨਿਸ਼ਾਨਦੇਹੀ DGPS ਜਿਹੜੀ ਨਿਸ਼ਾਨਦੇਹੀਆਂ ਬੜਾ ਲੰਬਾ ਚੱਕਰ ਸੀਗਾ, ਜੰਜੀਰਾਂ ਨਾਲ ਨਾਪਦੇ ਸੀ, ਉਹ ਪੱਥਰ ਚੱਕ ਕੇ ਐਨੂੰ ਕਰ ਦਿੰਦੇ ਸੀ। ਉਹ ਤਾਂ ਅਸੀਂ ਉਹਨੂੰ ਗਲੋਬਲ ਸਿਸਟਮ ਪੋਜੀਸ਼ਨਿੰਗ ਸਿਸਟਮ ਦੇ ਨਾਲ ਜਲਦ ਲਾਗੂ ਕਰ ਦਿਆਂਗੇ, ਬਿਲਕੁਲ ਜਲਦ। ਤਿਆਰੀ ਹੋ ਰਹੀ ਹੈ, ਟਾਈਮ ਲੱਗ ਰਿਹਾ, ਟੈਕਨੋਲੋਜੀ ਦਾ ਟਾਈਮ ਹੈਗਾ, ਲੇਕਿਨ ਉਹ 'ਤੇ ਜਿੰਨਾ ਟਾਈਮ ਲੱਗਦਾ ਬਹੁਤ ਜਲਦ ਤੁਹਾਡੇ ਸਾਹਮਣੇ ਤੁਹਾਡੇ ਵਿੱਚ ਬਹਿ ਕੇ ਅਸੀਂ ਲਾਂਚ ਕਰੂਗੇ। ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ, ਅਸੀਂ ਕਬਜ਼ਿਆਂ ਲਈ ਇੱਕ ਪੋਰਟਲ ਲਾਂਚ ਕੀਤਾ, ਜਿੱਤੇ ਆਲਰੇਡੀ ਲਾਂਚ ਕੀਤਾ ਹੈ ਵੀ ਤੁਹਾਨੂੰ ਅਗਰ ਕੋਈ ਪ੍ਰੋਬਲਮ ਆ, ਕਿਸੇ ਨੇ ਕਬਜ਼ਾ ਨਹੀਂ ਦਿੱਤਾ ਜਾਂ ਤੁਹਾਨੂੰ ਹੋਰ ਕੋਈ ਪਰੇਸ਼ਾਨੀ ਆ, ਉਹ ਪੋਰਟਲ ਸਾਡਾ ਚੱਲਦਾ ਪਿਆ। ਉਹ 'ਤੇ ਜਿੰਨੀਆਂ ਕੰਪਲੇਂਟ ਕੋ ਪਾ ਰਿਹਾ, ਉੱਤੇ ਸਾਡੇ ਅਫਸਰ ਉਹਨੂੰ ਦੇਖਦੇ ਆ, ਉਹਨੂੰ ਚੈੱਕ ਕਰਦੇ, ਉਹਦੀ ਪਰੇਸ਼ਾਨੀ ਨੂੰ ਹੱਲ ਕਰਨ ਦਾ ਕੋਸ਼ਿਸ਼ ਕਰਦੇ ਆ, ਅਗਰ ਕੋਈ ਕਾਨੂੰਨੀ ਮੈਟਰ ਨਹੀਂ ਹੈ ਉਹਦਾ ਲੰਬਾ। ਉਸ ਤੋਂ ਬਾਅਦ ਸਟੰਪ ਪੇਪਰ ਦਾ ਅਸੀਂ ਜਿਹੜਾ ਕੀਤਾ, ਉਹਦਾ ਕਾਰਨ ਇੱਕ ਸੀਗਾ, ਸਟੰਪ ਪੇਪਰ ਦਾ ਮੇਨ ਰੀਜ਼ਨ ਸੀਗਾ ਲੋਕਾਂ ਨੂੰ ਥੋੜੀ ਪਰੇਸ਼ਾਨੀ ਵੀ ਚੱਲਣੀ ਪਈ ਜੀ। ਦੇਖੋ ਜੀ, ਅੱਗੇ ਤਾਂ ਸਿੱਧਾ ਮਿਲ ਜਾਂਦਾ ਸੀ ਸਟੰਪ ਪੇਪਰ, ਪਤਾ ਲੱਗਦਾ ਸੀ ਜੀ ਵੀ ਉਹ ਸਟੰਪ ਪੇਪਰ ਬਾਅਦ ਚੋਂ ਰਜਿਸਟਰੀ ਕਰਾਉਣ ਤੋਂ ਬਾਅਦ ਜਾਲੀ ਆ। ਮੇਰੇ ਇੱਕ ਹੁਸ਼ਿਆਰਪੁਰ 'ਚ ਇੱਦਾਂ ਦਾ ਕੇਸ ਆਇਆ ਸੀ, ਲੋਕਾਂ ਨੇ ਰਜਿਸਟਰੀਆਂ ਕਰਾ ਲਈਆਂ, ਉਹ ਬਾਅਦ ਚੋਂ ਸਟੰਪ ਪੇਪਰ ਹੀ ਜਾਲੀ ਨਿਕਲੇ। ਸੋ ਇੱਦਾਂ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ, ਲੋਕਾਂ ਨੂੰ ਰਾਹਤ ਦੇਣ ਲਈ ਤੁਹਾਨੂੰ ਫੌਰੀ ਥੋੜੀ ਦੇਰ ਲਈ ਪਰੇਸ਼ਾਨੀ ਕੋ ਆ ਸਕਦੀ ਹੈ, ਜਿੱਦਾਂ ਤੁਸੀਂ NOC ਦੇ ਮਸਲੇ ਦੀ ਗੱਲ ਕੀਤੀ, ਲੇਕਿਨ ਲੰਬੇ ਅਰਸੇ ਲਈ ਆਪਣੀ ਜਨਰੇਸ਼ਨ ਦੇ ਲਈ ਆਉਣ ਵਾਲੇ ਟਾਈਮ ਨੂੰ ਆਪਾਂ ਉਹ ਲੋਕਾਂ ਨੂੰ ਬਹੁਤ ਫਾਇਦਾ ਕਰਕੇ ਜਾਵਾਂਗੇ, ਤਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ, ਉਹਨੂੰ ਮਾਨਸਿਕ ਸ਼ਾਂਤੀ ਰਹੇ, ਉਹਨੂੰ ਚੀਜ਼ ਕੋਈ ਖਰੀਦੀ ਹੈ। ਆਪਣੇ ਡਿਪਾਰਟਮੈਂਟ ਮਤਲਬ ਕੁਝ ਹੋਰ ਕਹਿਣਾ ਚਾਹੁੰਦੇ ਤੁਹਾਡੇ ਵੱਲੋਂ ਕਿ ਕੋਈ ਹੋਰ ਕੋਈ ਵੱਡੀ ਦੇਖੋ, ਮੈਂ ਆਪਣੇ ਡਿਪਾਰਟਮੈਂਟ ਤੋਂ ਇਹ ਗੱਲ ਕਹਿਣਾ ਚਾਹੁੰਦਾ, ਕਿਉਂਕਿ ਸਭ ਤੋਂ ਜ਼ਿਆਦਾ ਅਗਰ ਨਿਸ਼ਾਨੇ ਤੇ ਰਿਹਾ ਤਾਂ ਮਾਲ ਮਹਿਕਮਾ ਰਹਿੰਦਾ। ਔਰ ਜਿੰਨੀ ਮੇਰੀ ਮੀਟਿੰਗਸ ਆਪਣੇ ਆਫਿਸਰ ਸਾਹਿਬਾਨਾਂ ਹੁੰਦੀਆਂ ਨੇ, ਮੈਂ ਇੱਕ ਗੱਲ ਕਹਿਣਾ ਵੀ ਆਪਾਂ ਬਿਹਤਰ ਕੰਮ ਕਰੀਏ, ਸਰਕਾਰ ਦੀ ਇਮਾਨਦਾਰੀ ਦੇ ਵਿਜ਼ਨ ਨੂੰ ਅੱਗੇ ਰੱਖ ਕੇ ਕੰਮ ਕਰੀਏ, ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ। ਅਗਰ ਮੈਂ ਕਹਾਂ ਤਾਂ ਇਸ ਕੰਮ ਦੇ ਵਿੱਚ ਲੋਕਾਂ ਨੂੰ ਜ਼ਿਆਦਾ ਰਾਹਤ ਨਹੀਂ ਮਿਲੀ, ਲੇਕਿਨ 60-70% ਰਾਹਤ ਹੈਗੀ ਹੈ, 70% ਤੱਕ ਰਾਹਤ ਹੈ। 30% ਹਾਲੇ ਤੱਕ ਜਿਹੜਾ ਹੈਗਾ ਕੋਈ ਕਾਨੂੰਨ ਦੀਆਂ ਕਮਜ਼ੋਰੀਆਂ ਹੁੰਦੀਆਂ, ਜਿਹਦਾ ਕੋਈ ਨਾ ਕੋਈ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਵੀ ਇੱਦਾਂ ਨਹੀਂ। ਜਿੱਦਾਂ ਹੁਣ NOC ਦੇ ਮਸਲੇ ਦੇ ਵਿੱਚ ਕਿਸੇ ਨੇ ਕੋਈ ਪਰੇਸ਼ਾਨੀ, ਅਗਲਾ ਕਹਿੰਦਾ ਚੱਲ ਛੱਡ ਯਾਰ, ਮੈਂ ਤਾਂ ਆਪਣਾ ਕੰਮ ਕਰਾਉਣਾ ਫਟਾ। ਅਸੀਂ ਲੋਕ ਵੀ ਥੋੜਾ ਕਾਲੇ ਵਗਦੇ ਆ, ਅਸੀਂ ਫਾਈਟ ਸਾਹਮਣਾ ਕਰਨਾ ਫਰਜ਼ ਬਣਦਾ। ਅਗਰ ਉਹਦੇ ਬਾਵਜੂਦ ਉਹਨੂੰ ਪਰੇਸ਼ਾਨੀ ਆਉਂਦੀ ਤਾਂ ਅਸੀਂ ਮਾਲ ਮਹਿਕਮਾ ਜਿਹੜਾ ਹੈ ਹਰ ਵੇਲੇ WhatsApp ਨੰਬਰ ਹੈ, ਮਾਲ ਮਹਿਕਮੇ ਦਾ Gmail ਈਮੇਲ ਐਡਰੈਸ ਪਿਆ, ਉਸ ਪੋਰਟਲ ਦੇ ਅਗਰ ਸਾਨੂੰ ਕੋਈ ਇਨਫੋਰਮੇਸ਼ਨ ਦਿੰਦਾ ਪਾਉਂਦਾ, ਸਾਡੇ ਜਿਹੜੇ ਆਫਿਸਰ ਸਾਹਿਬਾਨ ਉਹਦਾ ਬਕਾਇਦਾ ਜਵਾਬ ਦੇਊਗੇ। ਅੱਛਾ, ਤੁਸੀਂ ਗੱਲ ਕੀਤੀ ਸੀ ਨੋਟਬੰਦੀ ਦੀ, ਤੁਸੀਂ ਗੱਲ ਕੀਤੀ ਸੀ GST ਦੀ, ਮੈਂ ਉਹਦੇ 'ਚ ਇੱਕ ਹੋਰ ਗੱਲ ਕਰਦਾ, ਕਰੋਨਾ ਦੀ। ਇਸ ਤੋਂ ਬਾਅਦ ਲੋਕਾਂ ਦਾ ਵਪਾਰ ਦਾ, ਕਾਰੋਬਾਰ ਦਾ, ਆਰਥਿਕ ਤੌਰ ਦੇ ਉੱਤੇ ਇੱਕ ਗਿਰਾਵਟ ਆਈ ਹੈ, ਲੋਕਾਂ ਦੇ ਰੋਜ਼ਗਾਰ ਗਏ ਆ, ਲੋਕਾਂ ਦੀਆਂ ਨੌਕਰੀਆਂ ਛੁੱਟੀਆਂ ਨੇ, ਲੋਕਾਂ ਦੇ ਉੱਤੇ ਕਰਜ਼ੇ ਤੱਕ ਵੀ ਚੜ੍ਹੇ ਆ। ਤਾਂ ਜਦੋਂ ਇਹ ਚੀਜ਼ ਆਏਗੀ ਤਾਂ ਹਰ ਬੰਦੇ ਦੇ ਘੇਰੇ ਜਿਹੜੇ ਸੀਮਤ ਹੁੰਦੇ ਜਾਣਗੇ, ਦਾਇਰੇ ਘਟਦੇ ਜਾਣਗੇ। ਆਮ ਕਰਕੇ ਜਿਹੜਾ ਇੱਕ ਮੱਧ ਵਰਗੀ ਪਰਿਵਾਰ ਹੈ, ਚਾਹੇ ਉਹਨੂੰ ਅਪ ਮਿਡਲ ਕਲਾਸ ਕਹਿ ਦਈਏ, ਚਾਹੇ ਲੋਅਰ ਮਿਡਲ ਕਹਿ ਦਈਏ ਜਾਂ ਮਿਡਲ ਕਹਿ ਦਈਏ, ਘੱਟੋ ਘੱਟ 5 ਤੇ ਵੱਧ ਤੋਂ ਵੱਧ 10 ਤੋਂ 15 ਮਰਲੇ ਦੇ ਘਰ 'ਚ ਰਹਿੰਦਾ। 20 ਮਰਲੇ ਤੱਕ ਸਾਡੇ ਕੋਲ ਰਜਿਸਟਰੀ ਦੀ ਆਪਸ਼ਨ ਨਹੀਂ ਹੈਗੀ। ਬਿਲਕੁਲ ਠੀਕ ਗੱਲ। ਤੇ ਜੇ ਉਹ ਨਹੀਂ ਹੁੰਦੀ ਫਿਰ ਤੁਹਾਡੇ ਮਹਿਕਮੇ ਨੂੰ ਲਾਸ ਹੈ ਤੇ ਲੋਕਾਂ ਦੀ ਖੱਜਲ ਖੁਆਰੀ ਵੱਖਰੀ ਹੈ। ਸਹੀ ਗੱਲ ਕੀਤੀ। ਸਾਡੀ ਪਹਿਲਾਂ ਦਾ ਮਕਸਦ ਹੈ ਵੀ ਉਹਨੂੰ ਕੋਈ ਖੱਜਲ ਖਰਾਬੀ ਨਾ ਆਵੇ। ਸਿਰਫ ਇੱਕ ਉਹਦੇ ਪਿੱਛੇ ਮੈਟਰ ਹੈ NOC ਦਾ। ਇੱਕ ਨਾਲ ਤੱਕ ਜਿਹੜਾ ਮੈਟਰ ਹੈ ਉਹਨੂੰ NOC ਲੈਣੀ ਪੈਂਦੀ ਹੈ, ਔਰ ਉਹਦੇ ਵਿੱਚ ਵੀ ਅਸੀਂ ਜਲਦ ਉਹਨੂੰ ਕੋਈ ਵੈਸੇ ਪਰੇਸ਼ਾਨੀ ਇਸ ਵੇਲੇ ਬਹੁਤ ਰੇਅਰ ਆ ਰਹੀ ਹੈ, ਜਿਹੜੀ ਸਾਨੂੰ ਉਹਨੂੰ ਇਹ ਤਹਿਸੀਲਦਾਰ ਨੂੰ ਪੁੱਛ ਲੈਂਦੇ ਅਗਰ ਸਾਡੇ ਕੋਲ ਕੋਈ ਮੈਸੇਜ ਭੇਜਦਾ ਜੀ ਮੇਰੀ ਰਜਿਸਟਰੀ ਨਹੀਂ ਹੋ ਰਹੀ ਹੈ। ਲੇਕਿਨ NOC ਇੱਕ ਜ਼ਰੂਰੀ ਇਸ ਕਰਕੇ ਹੈ ਵੀ ਉਹਨੂੰ ਵੀ ਫਾਇਦਾ ਹੈ। ਅਗਰ ਉਹ ਕਿਸੇ ਕੋਲ ਜਗ੍ਹਾ ਲੈ ਰਿਹਾ, ਕਿਆ ਉਹ ਜਗ੍ਹਾ ਦੇ ਸਾਰੇ ਟਾਈਟਲ ਕਲੀਅਰ ਹੈ, ਕਿਆ ਉਹਨੂੰ ਕੱਲ੍ਹ ਨੂੰ ਉੱਥੇ ਜਿਹੜੀ ਏਰੀਏ 'ਚ ਉਹਨੇ ਘਰ ਬਣਾਉਣਾ ਉੱਥੇ ਸੀਵਰੇਜ ਲਾਈਟ ਦਾ ਉਹਨੂੰ ਕੋਈ ਮੈਟਰ ਤਾਂ ਨਹੀਂ ਹੈਗਾ ਉਹਦਾ ਪੈਂਡਿੰਗ। ਇਹ ਸਾਰਾ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਹੀ NOC ਹੈ। ਲੇਕਿਨ ਮੈਂ ਤੁਹਾਨੂੰ ਤੁਹਾਡੇ ਇੱਥੋਂ ਅੱਜ ਇਸ ਟੇਬਲ ਤੋਂ ਅਸ਼ੋਰ ਕਰਦਾ ਵੀ ਜਿਹੜਾ ਇਸ ਲੈਵਲ ਦਾ ਕੋਈ ਵੀ ਖਰੀਦਦਾਰ ਹੈ ਉਹਨੂੰ ਕੋਈ ਪਰੇਸ਼ਾਨੀ ਅਸੀਂ ਨਹੀਂ ਆਉਣ ਦੇਵਾਂਗੇ। ਮਾਲ ਮਹਿਕਮਾ ਜਲਦ ਤੋਂ ਜਲਦ ਇਸ ਲਈ ਬਹੁਤ ਐਡਵਾਂਸ ਹੋ ਕੇ ਅੱਗੇ ਨੂੰ ਵੱਧ ਕੇ ਕੰਮ ਕਰਨ ਜਾ ਰਿਹਾ, ਔਰ ਜਿਹੜੀਆਂ ਹੁਣ ਕੁਝ ਕਮੀਆਂ ਪੇਸ਼ੀਆਂ
ਐਡੇ ਲੰਬੇ ਅਰਸੇ ਤੋਂ ਚੱਲ ਰਹੀਆਂ, ਜਿਹੜੇ ਕਾਨੂੰਨ ਦੇ ਨਾਲ ਸੰਬੰਧਿਤ ਹੈ, ਜਿਨ੍ਹਾਂ ਦੇ ਕੁਝ ਕੋਰਟਾਂ ਦੇ ਮੈਟਰ ਵੀ ਹੈਗੇ ਆ, ਜਿੱਦਾਂ ਇੱਕ ਡਾਇਰੈਕਸ਼ਨ ਤੁਹਾਨੂੰ ਦੱਸਿਆ ਸੁਪਰੀਮ ਕੋਰਟ ਔਰ ਹਾਈ ਕੋਰਟ ਦੀ ਡਾਇਰੈਕਸ਼ਨ ਹੈ, ਉਹਨੂੰ ਮੱਦੇ ਨਜ਼ਰ ਰੱਖ ਕੇ ਉਹਦਾ ਇੰਨਾ ਹੱਲ ਕਰਾਂਗੇ, ਉਹਨੂੰ ਸਿੰਪਲੀਫਾਈ ਕਰ ਦਿਆਂਗੇ। ਤੁਸੀਂ ਇਸ ਗੱਲ ਤੇ ਮੈਂ ਤੁਹਾਨੂੰ ਅੱਜ ਨਿਸ਼ਚਿੰਤ ਕਰਦਾ ਜਾਂਦਾ, ਤੁਹਾਡੇ ਮਾਧਿਅਮ ਨਾਲ ਧਾਲੀਵਾਲ ਜੀ ਬਿਲਕੁਲ ਨਿਸ਼ਚਿੰਤ ਰਹੀਓ। ਚਲੋ ਮੈਂ ਤੁਹਾਡਾ ਇਸ ਲਈ ਧੰਨਵਾਦ ਵੀ ਕਰਾਂਗਾ ਕਿ ਤੁਸੀਂ ਕਹਿ ਰਹੇ ਹੋ ਕਿ ਜਲਦੀ ਲੋਕਾਂ ਦੇ ਸਮੱਸਿਆਵਾਂ ਹੱਲ ਹੋਣਗੀਆਂ। ਜੇ ਲੋਕਾਂ ਦੀ ਸਮੱਸਿਆਵਾਂ ਹੱਲ ਹੋਣਗੀਆਂ ਤੇ ਜਿਹੜੇ ਵਾਅਦੇ ਤੁਸੀਂ ਲੋਕਾਂ ਨਾਲ ਕੀਤੇ ਆ ਉਹਨੂੰ ਵੀ ਸੌਖਿਆਂ ਤੁਸੀਂ ਜਿਹੜਾ ਹੈ ਤੁਹਾਡੀ ਸਰਕਾਰ ਕਹਿਣ ਤੋਂ ਭਾਵ ਉਹ ਪੂਰਾ ਕਰ ਸਕੇਗੀ। ਜਾਂਦੇ ਜਾਂਦੇ ਮੈਂ ਤੁਹਾਨੂੰ ਤੁਹਾਡੀ ਸਰਕਾਰ ਦੇ ਲਈ ਵਿਰੋਧੀ ਪਾਰਟੀਆਂ ਜਿਹੜੀਆਂ ਨੇ, ਅਕਸਰ ਵਿਰੋਧੀ ਪਾਰਟੀਆਂ ਦੀ ਲੋਕ ਗੱਲ ਸੁਣਦੇ ਨਹੀਂ, ਸਰਕਾਰਾਂ ਸੁਣਨੀਆਂ ਜ਼ਰੂਰੀ ਹੁੰਦੀਆਂ ਨੇ, ਕਿਉਂਕਿ ਸਰਕਾਰ ਤੋਂ ਬਾਹਰ ਬਹਿ ਕੇ ਗੱਲਾਂ ਕਹਿਣੀਆਂ ਸਿਖਾਉਣੀਆਂ ਹੁੰਦੀਆਂ ਨੇ, ਪਰ ਕਈ ਵਾਰੀ ਚੰਗੀਆਂ ਵੀ ਹੁੰਦੀਆਂ ਨੇ। ਮੈਂ ਤੁਹਾਨੂੰ ਉਹ ਗੱਲਾਂ ਇਸ ਸਕਰੀਨ ਤੋਂ ਸੁਣਾਉਣੀਆਂ ਚਾਹੁੰਦਾ। 8 ਮਹੀਨਿਆਂ ਦਾ ਪ੍ਰਾਹੁਣਾ ਹੈ ਭਗਵੰਤ ਸਿੰਘ ਮਾਨ, ਇਹਨੂੰ ਈਜ਼ ਆਊਟ ਕਰ ਦੇ। ਬਹੁਤ ਵੱਡਾ ਬਿਆਨ ਦੇ ਰਹੇ ਹੋ। ਮੈਂ ਪਹਿਲੇ ਦਾ ਦਿੱਤਾ ਹੈ 8 ਮਹੀਨੇ ਜਿਹੜੇ 6 ਲੰਘੇ ਤੇ 2 6 ਨਹੀਂ ਲੰਘੇ। ਮੈਂ ਅਜੇ ਮਹੀਨਾ ਪਹਿਲੇ ਹੀ ਬਿਆਨ ਦਿੱਤਾ, ਜਿਹੜੀ ਮੈਂ ਗੱਲ ਕਹੀ ਸੀ ਕਿ 7-8 ਮਹੀਨੇ ਹੀ ਹੋਰ ਨੇ ਇਹਦੇ ਕੋਲ, ਇਹਦੇ ਵਿੱਚ ਇਹਨਾਂ ਨੇ ਇਹਨੂੰ ਈਜ਼ ਆਊਟ ਕਰ ਦੇਣਾ। ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਨੇ, ਮੈਂ ਇਹ ਕਹਿ ਸਕਦਾ ਬੜਾ ਲੰਬਾ ਅਰਸਾ ਉਹਨਾਂ ਦਾ ਪੋਲੀਟਿਕਸ ਨਾਲ, ਔਰ ਬੜੇ ਵੱਡੇ ਲੀਡਰ ਰਹੇ ਕਾਂਗਰਸ ਦੇ, ਹੁਣ ਵੀ ਹੈ, ਮੌਜੂਦਾ LOP ਹੈ, ਸਾਡੇ ਮੈਂਬਰ ਪਾਰਲੀਮੈਂਟ ਵੀ ਰਹੇ, ਪਰ ਮੈਂ ਉਹਨਾਂ ਕੋ ਇੱਦਾਂ ਦੀ ਗੱਲ ਜਿਹੜੀ ਐਕਸਪੈਕਟ ਨਹੀਂ ਕਰਦਾ ਸੀ। ਪਹਿਲੀ ਗੱਲ ਤਾਂ ਇਹ ਹੈ, ਐਡਾ ਪਪੂਲਰ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਲੋਕ ਬਿਲੀਵ ਕਰਦੇ ਪਏ, ਤੁਸੀਂ ਦੇਖੋ ਉਹਨਾਂ ਦੀ। ਔਰ ਪ੍ਰਤਾਪ ਸਿੰਘ ਬਾਜਵਾ ਜੀ ਦਾ ਇਹ ਕਹਿਣਾ, ਉਹ ਤਾਂ ਕਹਿੰਦੇ ਲਿਖਾ ਕੇ ਲੈ ਲਓ। ਨਹੀਂ, ਫਿਰ ਉਹਨਾਂ ਕੋਲ ਲੈ ਲੈਣਾ ਚਾਹੀਦਾ ਲਿਖਾ ਕੇ। ਵੈਸੇ ਮੇਰੇ ਲਿਹਾਜ਼ ਨਾਲ ਉਹਨਾਂ ਨੂੰ ਖੁਦ ਹੀ ਲਿਖ ਕੇ ਦੇ ਦੇਣਾ ਚਾਹੀਦਾ। ਇਹ ਗੱਲ ਜਿਹੜੀ ਹੈ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਖੁਦ ਲਿਖ ਕੇ ਦੇ ਦੇਣੀ ਚਾਹੀਦੀ ਹੈ ਗੱਲ। ਪਰ ਉਹਨਾਂ ਨੂੰ ਇੱਕ ਗੱਲ ਹੋਰ ਲਿਖਣੀ ਚਾਹੀਦੀ ਹੈ। ਸੁਨੀਲ ਜਾਖੜ ਹੋਰਾਂ ਦੀ ਇੱਕ ਗੱਲ ਸੁਣਾਉਣਾ ਜੀ। ਸੁਨੀਲ ਜਾਖੜ ਹੋਰਾਂ ਨੇ ਵੀ ਇਸੇ ਮੰਚ ਤੋਂ ਕਿਹਾ, ਭਗਵੰਤ ਮਾਨ ਜਿਸ ਤਰੀਕੇ ਨਾਲ ਕੰਮ ਕਰ ਰਹੇ ਆ ਠੀਕ ਹੈ, ਪਰ ਉਹਨਾਂ ਨੂੰ ਆਜ਼ਾਦਾਨਾ ਇੱਕ ਬਤੌਰ ਪੰਜਾਬੀ ਖੁੱਲ੍ਹ ਕੇ ਜਿਹੜਾ ਕੰਮ ਕਰਨਾ ਚਾਹੀਦਾ, ਸਾਡਾ ਸਪੋਰਟ ਪੂਰਾ ਰਹੇਗਾ। ਤੇ ਉਸ ਟਿਊਨਿੰਗ ਦੀ, ਉਸ ਟੋਨ ਦੀ ਗੱਲ ਕੀਤੀ ਜਦੋਂ ਪ੍ਰਧਾਨ ਮੰਤਰੀ ਸਾਹਿਬ ਜਦੋਂ ਇੱਥੇ ਆਏ ਆ, ਤੇ ਕਹਿੰਦੇ ਤੁਸੀਂ ਦੇਖ ਸਕਦੇ ਹੋ ਕਿ ਇਨ ਫਿਊਚਰ ਜਿਹੜਾ ਹੈ ਉਹ ਮਹਾਰਾਸ਼ਟਰ ਵਾਲਾ ਪੰਜਾਬ ਦੇ ਵਿੱਚ ਵੀ ਹੋ ਸਕਦਾ। ਤੁਸੀਂ ਮੈਨੂੰ ਇੱਕ ਚੀਜ਼ ਦੱਸੋ, ਮੈਂ ਸੁਨੀਲ ਜਾਖੜ ਜੀ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਵੀ ਉਹ ਲੰਬਾ ਪੂਰੀ ਜ਼ਿੰਦਗੀ ਕਾਂਗਰਸ ਰਿਹਾ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ, ਉਹ ਆਪ, ਉਹਨਾਂ ਨੇ ਕਿੰਨਾ ਕੁ ਕਾਂਗਰਸ 'ਚ ਖੁੱਲ੍ਹ ਕੇ ਕੰਮ ਕੀਤਾ। ਉਹਨਾਂ ਦੀ ਤਾਂ ਆਵਾਜ਼ ਜਿਹੜੀ ਸੀ ਨਾ ਕਾਂਗਰਸ ਦੀ, ਜਿਹੜੀ ਉਹ ਜਿਹੜੀ ਕਹਿੰਦੇ ਨਾ ਆਪਾਂ ਜੋ ਮਾੜੀ ਜੀ ਉਹ ਕਿੱਲੀ ਵੀ ਦੱਬਣੀ ਆ, ਤਾਂ ਦਿੱਲੀੋਂ ਕਿੱਥੋਂ ਨਿਕਲਦੀ ਸਭ ਨੂੰ ਪਤਾ, ਜਿਹੜੇ ਜਿੱਥੇ ਰਹੇ ਆ। ਇਹ ਸੁਨੀਲ ਜਾਖੜ ਜੀ ਨੂੰ ਨਾ ਇਹ ਜ਼ਰੂਰ ਇਹ ਗੱਲ ਸੋਚਣੀ ਚਾਹੀਦੀ ਹੈ ਕਹਿਣ ਤੋਂ ਪਹਿਲਾਂ। ਭਗਵੰਤ ਮਾਨ ਜੀ ਬੜੇ ਆਜ਼ਾਦ ਖਿਆਲ ਆਦਮੀ ਹੈ, ਔਰ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ, ਅਗਰ ਇਸ ਵੇਲੇ ਸਭ ਤੋਂ ਪਪੂਲਰ ਜੋੜੀ ਕੋਈ ਹੈਗੀ ਹੈ ਉਹ ਅਰਵਿੰਦ ਕੇਜਰੀਵਾਲ ਜੀ ਦੀ ਔਰ ਭਗਵੰਤ ਮਾਨ ਜੀ ਦੀ ਹੈ। ਉਹਨਾਂ ਦੀ ਆਜ਼ਾਦ ਖਿਆਲੀ ਨੂੰ ਕੋਈ ਡੱਕ ਨਹੀਂ ਸਕਦਾ। ਮਤਲਬ ਜਿਵੇਂ ਅਮਿਤਾਭ ਬੱਚਨ ਤੇ ਧਰਮਿੰਦਰ ਹੋਰਾਂ ਦੀ ਜੋੜੀ ਹੈ। ਹਾਂ ਬਿਲਕੁਲ, ਕਹਿ ਸਕਦਾ ਧਰਮਵੀਰ ਦੀ ਜੋੜੀ। ਅਖੀਰ ਦੇ ਵਿੱਚ ਸੁਖਦੇਵ ਢੀਂਡਸਾ ਹੋਰਾਂ ਦੀ ਗੱਲ ਸੁਣਾਉਣਾ। ਸੁਖਦੇਵ ਢੀਂਡਸਾ ਜੀ ਕਹਿੰਦੇ ਆ ਉਹਨੂੰ ਚੁੰਗਲ ਚੋਂ ਨਿਕਲ ਜਾਣਾ ਚਾਹੀਦਾ, ਉਹਨੂੰ ਭਾਵ ਭਗਵੰਤ ਮਾਨ ਨੂੰ। ਜੇ ਉਹਨਾਂ ਦੇ ਚੁੰਗਲ ਚੋਂ ਨਿਕਲ ਗਿਆ ਤੇ ਪੰਜਾਬ ਦਾ ਵੀ ਫਾਇਦਾ, ਭਗਵੰਤ ਮਾਨ ਦਾ ਵੀ ਫਾਇਦਾ ਤੇ ਪਾਰਟੀ ਦਾ ਵੀ ਫਾਇਦਾ। ਢੀਂਡਸਾ ਜੀ ਨੇ ਪੂਰੀ ਜ਼ਿੰਦਗੀ ਅਕਾਲੀਆਂ ਨੇ ਕੱਢਤੀ। ਜੋ ਵੀ ਹੁੰਦਾ ਰਿਹਾ ਉਦੋਂ ਤਾਂ ਉਹ ਬਰਦਾਸ਼ਤ ਕਰਦੇ ਰਹੇ, ਜਦੋਂ ਤੱਕ ਸਾਡੀ ਆਪਣੀ ਸੀਟ ਕਾਇਮ ਹੈ ਤੇ ਅਸੀਂ ਕਾਇਮ ਹਾਂ ਨਾਲ ਉਸ ਪਾਰਟੀ ਦੇ ਨਾਲ। ਢੀਂਡਸਾ ਸਾਹਿਬ ਨੂੰ ਦੱਸਣਾ ਚਾਹੀਦਾ ਵੀ ਉਹ ਤਾਂ ਉਸ ਪਰਿਵਾਰ ਤੋਂ ਚੁੰਗਲ 'ਚ ਨਿਕਲ ਕੇ ਉਹਨਾਂ ਨੇ ਜਿਹੜੀ ਉਹਨਾਂ ਦੀ ਆਪਣੀ ਕੋ ਉਪਲਬਧੀ ਆ। ਭਗਵੰਤ ਮਾਨ ਪਹਿਲੀ ਗੱਲ ਤਾਂ ਕਿਸੇ ਚੁੰਗਲ 'ਚ ਹੀ ਹੈ ਨਹੀਂ ਗੇ। ਇੱਦਾਂ ਦੀ ਤੁਹਾਨੂੰ ਦੱਸਿਆ, ਅਗਰ ਦੇਖੋ ਪਾਰਟੀ ਦੀ ਲੀਡਰਸ਼ਿਪ ਕਿਹਦੇ ਕੋਲ ਆ? ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਕੋਲ, ਠੀਕ ਹੈ ਨਾ ਜੀ। ਦਿੱਲੀ ਵਾਲਿਆਂ ਦੇ ਚੁੰਗਲ ਦੇ ਵਿੱਚ ਕਿਹੜੀ ਗੱਲ ਹੈਗੀ ਆ? ਕਿਹੜੀ ਗੱਲ ਨੂੰ ਦੱਸਣਾ ਚਾਹੁੰਦੇ, ਕੀ ਦਰਸਾਉਣਾ ਚਾਹੁੰਦੇ ਆ? ਇਹ ਬਿਲਕੁਲ ਗਲਤ ਗੱਲਾਂ ਆ। ਪਾਰਟੀ ਜਿਹੜੀ ਹੈਗੀ ਹੈ ਉਹ ਡਿਸਿਪਲਿਨ ਨਾਲ ਚੱਲਦੀਆਂ ਪਾਰਟੀਆਂ। ਇਹਨਾਂ ਨੇ ਕਦੀ ਡਿਸਿਪਲਿਨ ਦਾ ਸ਼ਾਇਦ ਢੀਂਡਸਾ ਜੀ ਨੇ ਪਾਲਣ ਹੁਣ ਨਹੀਂ ਕੀਤਾ ਪਾਰਟੀ ਨਾਲ, ਜਿਹੜੇ ਬਾਹਰ ਆਪਣਾ ਲੱਗ ਬਣਾ ਕੇ ਬੈਠੇ, ਔਰ ਉਹਨਾਂ ਨੂੰ ਕੀ ਹਾਸਲ ਹੋਇਆ ਇਹ ਵੀ ਪਤਾ ਹੈ। ਲੇਕਿਨ ਕਿਸੇ ਨੂੰ ਉਹਨਾਂ ਦੀ ਪੋਪੂਲੈਰਿਟੀ ਤੋਂ ਕੋਈ ਅੱਜ ਹੋਰ ਕੋਈ ਗੱਲ ਨਹੀਂ ਦੇ ਪਿੱਛੇ। ਇਹ ਵੀ ਜਿਹੜੇ ਜਾਖੜ ਸਾਹਿਬ ਨੇ ਕੀਤੀ ਹੈ, ਬਾਜਵਾ ਜੀ ਨੇ, ਢੀਂਡਸਾ, ਇਹਨਾਂ ਦੀ ਗੱਲ ਦੇ ਪਿੱਛੋਂ ਆਮ ਆਦਮੀ ਪਾਰਟੀ ਦੀ ਲੋਕਪ੍ਰਿਯਤਾ, ਉਹਦਾ ਜਿਹੜਾ ਲੀਡਰ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਦੀ ਜੋੜੀ, ਇਹ ਉਹਨੂੰ
ਇਹ ਗੱਲ ਕਰਕੇ ਗੱਲਾਂ ਕਰ ਰਹੇ, ਅਦਰਵਾਈਜ਼ ਇਹਨਾਂ ਦਾ ਗੱਲਾਂ ਦਾ ਕੋਈ ਮਤਲਬ ਹੀ ਨਹੀਂ, ਕੋਈ ਤੁਕ ਨਹੀਂ। ਚਲੋ ਦੇਖਦੇ ਹਾਂ ਕਿ ਲੋਕਪ੍ਰਿਯਤਾ ਜਿਹੜੀ ਹੈ ਉਹ ਕਿੰਨੀ ਕੁ ਜਿਹੜੀ ਆ ਪਾਰਟੀ ਨੂੰ ਕਾਮਯਾਬੀ ਦਿਵਾਉਂਦੀ ਹੈ 2024 ਦੇ ਵਿੱਚ। ਤੁਸੀਂ ਸਾਡੇ ਵਿਹੜੇ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਬਹੁਤ ਬਹੁਤ ਧਾਲੀਵਾਲ ਸਾਹਿਬ ਤੁਹਾਡਾ ਸ਼ੁਕਰੀਆ, ਜੀ ਨਿਊਜ਼ ਦਾ ਸ਼ੁਕਰੀਆ। ਜੀ ਨਿਊਜ਼ ਬਹੁਤ ਪਪੂਲਰ ਚੈਨਲ ਹੈ, ਲੋਕ ਦੇਖਦੇ ਆ, ਇਹਨਾਂ ਜੁੜੇ ਹੋਏ ਆ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਲੋਕਾਂ ਦੇ ਨਾਲ ਰੂਬਰੂ ਕਰਾਇਆ। ਸੋ ਇਹ ਸਨ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ। ਅਗਲੀ ਮੁਲਾਕਾਤ ਦੇ ਵਿੱਚ ਕਿਸੇ ਹੋਰ ਚਿਹਰੇ ਨਾਲ, ਕਿਸੇ ਹੋਰ ਸਿਆਸਤਦਾਨ ਨਾਲ ਗੱਲਬਾਤ ਕਰਾਂਗੇ। ਜਿਹੜੇ ਲੋਕ ਲਭਾ ਦੇ ਉੱਤੇ ਸਵਾਲ ਨੇ ਉਹਨਾਂ ਨੂੰ ਇਸ ਮੰਚ ਤੋਂ ਡਿਸਕਸ ਕਰਨ ਦੀ, ਉਹਨਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਜਿਹੜੀ ਹੈ ਉਹ ਸਾਡੀ ਲਗਾਤਾਰ ਮੁਸਲਸਲ ਜਾਰੀ ਰਹੇਗੀ। ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।
ਹਰਪ੍ਰੀਤ ਕੌਰ ਸਮੇਂ-ਸਮੇਂ ਤੇ ਯੂਨੀਅਨ ਦੀ ਆਵਾਜ਼ ਬੁਲੰਦ ਕਰਦੇ ਆਏ ਹਨ। ਹਰਪ੍ਰੀਤ ਕੌਰ AIE ਯੂਨੀਅਨ ਦੇ ਪ੍ਰਧਾਨ ਹਨ। ਹਰਪ੍ਰੀਤ ਕੌਰ ਦੀ ਜੰਮਪਲ ਜਲੰਧਰ ਦੇ ਵਿੱਚ ਹੋਈ ਹੈ। ਜਲੰਧਰ ਵਿਖੇ ਹੀ ਹਰਪ੍ਰੀਤ ਕੌਰ ਨੇ ਆਪਣੀ ਮੁੱਢਲੀ ਪੜ੍ਹਾਈ ਕੀਤੀ। 2008 ਵਿੱਚ ਉਹ ਬਤੌਰ AIE ਅਧਿਆਪਕ ਭਰਤੀ ਹੋਏ ਸਨ। 2022 ਵਿੱਚ ਉਹ ਯੂਨੀਅਨ ਦੇ ਪ੍ਰਧਾਨ ਬਣ ਗਏ। ਮੈਡਮ, ਸਭ ਤੋਂ ਪਹਿਲਾਂ ਸਵਾਲ ਹੋਏਗਾ ਜਥੇਬੰਦੀ ਨੂੰ ਲੈ ਕੇ ਕਿ ਜਥੇਬੰਦੀ ਕਿੰਨਾ ਕਾਰਨਾਂ ਕਰਕੇ ਬਣਾਈ ਗਈ ਸੀ ਅਤੇ ਕਦੋਂ ਹੋਂਦ ਦੇ ਵਿੱਚ ਆਈ ਸੀ ਜਥੇਬੰਦੀ? ਇਹ ਜਥੇਬੰਦੀ ਜਿਹੜੀ ਆ ਪਹਿਲਾਂ ਸਰਕਾਰ ਨੇ ਸੈਂਟਰ ਸਟਾਰਟ ਕੀਤੇ EGS ਸੈਂਟਰ, ਉਹ ਆਏ ਸੀ 2003 ਤੋਂ ਹੋਂਦ ਵਿੱਚ। ਪਰ AI ਜਿਹੜਾ ਸੈਂਟਰ ਉਸ ਤੋਂ ਬਾਅਦ ਐਜੂਕੇਸ਼ਨ ਗਰੰਟੀ ਸਕੀਮ ਤੋਂ ਬਾਅਦ AI ਜਿਹੜੀ ਸਕੀਮ ਸਟਾਰਟ ਹੋਈ, ਜੋ ਝੁੱਗੀਆਂ ਝੌਂਪੜੀਆਂ ਤੋਂ ਜਿਹੜੇ ਬੱਚੇ ਸੀ ਜੁੜੇ ਸੀ ਉਹਨਾਂ ਨੂੰ ਸਕੂਲਾਂ ਦੇ ਨਾਲ ਜੋੜਨ ਤੇ ਇਹ 2008 ਦੇ ਵਿੱਚ ਆਈ। ਅਸੀਂ ਸਕੂਲਾਂ ਦੇ ਵਿੱਚ ਸੈਂਟਰ ਖੋਲੇ, ਜਿਹੜੇ ਬੱਚਿਆਂ ਦੇ ਜਿਹੜੇ ਝੁੱਗੀਆਂ ਝੌਂਪੜੀਆਂ 'ਚ ਜਿਹੜਾ ਕੋਈ ਜਾ ਨਹੀਂ ਸੀ ਸਕਦਾ ਜਾਂ ਕੋਈ ਅਧਿਆਪਕ ਉੱਥੇ ਜਾਣਾ ਨਹੀਂ ਸੀ ਚਾਹੁੰਦਾ, ਉਹ ਬੱਚੇ ਵੀ ਅਸੀਂ ਜਿਹੜੇ